जो सानू समझा सकता असीं भी उन्हें समझ ਜਿਹੜੀ ਸ਼ਾਇਦ ਸਮਝਾਉਣ ਵਾਲੀ ਆ ਸਾਡੀ ਅਸੀਂ ਉਹਨੂੰ ਸਮਝਾਉਂਦੇ ਤੇ ਉਹਦੇ ਦੀ ਰਿਕਾਰਡਿੰਗ ਮੌਜੂਦ ਆ ਜਿਹੜੀ ਇੱਥੇ ਹੁੰਦੀ ਆ ਇੱਥੇ ਸੁੱਟਿਆ ਹੈ ਤਾਂ ਠੀਕ ਹੈ ਉਹਦੀ ਰਿਕਾਰਡਿੰਗ ਮੌਜੂਦ ਹੈ ਜੇ ਗੱਲ ਤੋਂ ਮੁੱਕਰੇ ਤਾਂ ਮੁੱਕਰ ਸਕਦਾ ਨਹੀਂ ਮੈਂ ਕਹਿਣਾ ਉਹਦੇ ਨਾਲ ਰਿਕਾਰਡ ਕਰਦਾ ਤੇ ਫਿਰ ਨਹੀਂ ਦਲੀਲ ਕੀ ਇਹਦੇ 'ਚ ਕਾਹਦੀ ਦਲੀਲ ਆ ਹੁਣ ਸੁੱਟਣਾ ਕੁਰਾਨ ਮਜੀਦ ਦੀ ਆਇਤ ਨੂੰ ਇੰਝ ਸੁੱਟਣਾ ਵਰਕੇ ਜਿਹਦੇ ਤੇ ਕੁਰਾਨ ਲਿਖਿਆ ਉਹਨੂੰ ਸੁੱਟਣਾ ਇਹਦੀ ਕੀ ਦਲੀਲ ਆ ਤੇਰੇ ਜਦੋਂ ਬਾਕੀ ਚੀਜ਼ਾਂ ਜਿਹੜੀਆਂ ਇਹਨਾਂ ਨੂੰ ਹੱਥ 'ਚ ਫੜਿਆ ਵਾ ਇਹ ਜਿਹੜੀ ਆਇਤ ਮੁਬਾਰਕਾ ਦਿੱਤੀ ਗਈ ਇਹਨੂੰ ਸੁੱਟਣ ਡਿਆ ਜਾਂ ਇਹਨੂੰ ਤੂੰ ਮਤਲਬ ਜੇ ਰੱਖਣਾ ਹੀ ਇਹਦੇ ਨਾਲ ਪਰੇ ਤੇਰੇ ਕੋਲ ਮੈਂਬਰ ਮੁਬਾਰਕ ਪਿਆ ਉਹਦੇ ਉੱਤੇ ਰੱਖ ਦੇ ਆਰਾਮ ਨਾਲ ਰੱਖ ਦੇ ਤਰੀਕੇ ਨਾਲ ਅਤੇ ਇਹਨੂੰ ਤੇ ਆਪ ਨੂੰ ਕੁਰਾਨ ਦੀ ਮਾਸਾ ਨਹੀਂ ਹੈ ਮਤਲਬ ਇਹਤਰਾਮ ਅਤੇ ਇੱਜ਼ਤ ਠੀਕ ਹੈ ਨਾ ਅਤੇ ਤੂੰ ਲੋਕਾਂ ਨੂੰ ਕੀ ਸਿਖਾਉਣਾ ਜਦੋਂ ਉਹਦੇ ਵਿੱਚ ਤੁਸੀਂ ਨਾ ਕੋਈ ਐਡ ਕਰ ਸਕਦੇ ਨਾ ਡਿਲੀਟ ਕਰ ਸਕਦੇ ਤੁਹਾਨੂੰ ਇਖਤਿਆਰ ਹੀ ਨਹੀਂ ਅਤੇ ਤੁਸੀਂ ਕਿਸੇ ਹਿਸਾਬ 'ਚ ਉਹਦੇ ਨਾਲ ਲਫ਼ਜ਼ ਇੱਕ ਐਡ ਕਰਨ ਦੇ ਜਿਹੜਾ ਅੱਲਾ ਨੇ ਨਹੀਂ ਕੀਤਾ ਅੱਲਾ ਤਾਂ ਕਰ ਦਿੰਦਾ ਉਦੋਂ ਜਦੋਂ ਕਿਤਾਬ ਨਾਲ ਮੁਬੀਨ ਲਾਇਆ ਤਾਂ ਨੂਰ ਨਾਲ ਹਦਾਇਤ ਲਾ ਦਿੰਦਾ ਨਹੀਂ ਲਾਇਆ ਅੱਲਾ ਨੇ ਫਿਰ ਤੁਸੀਂ ਕਿਉਂ ਲਾਉਣ ਦੇ ਤੁਸੀਂ ਲਾਉਣ ਵਾਲੇ ਕੌਣ ਹੁੰਦੇ ਠੀਕ ਹੈ ਉਸ ਤੋਂ ਇਲਾਵਾ ਕੁਰਾਨ ਨੂੰ ਥੋੜ੍ਹਾ ਜਿਹਾ ਮੰਨਣਾ ਅਤੇ ਥੋੜ੍ਹਾ ਜਿਹਾ ਨਾ ਮੰਨਣਾ ਇਹ ਆਪਣੀ ਮਰਜ਼ੀ ਅਸੀਂ ਕਰ ਸਕਦੇ ਸਾਰਿਆਂ ਨੂੰ ਮੰਨਣਾ ਪਏਗਾ ਅਤੇ ਫਿਰ ਇੱਕ ਆਇਤ ਜਿਹੜੀ ਅੱਲਾ ਦੀ ਲਿਖੀ ਉਹਦੇ 'ਚ ਇਹ ਆਪ ਮੰਨਣ ਵੀ ਰਹੇ ਨੇ ਕਿ ਅੱਲਾ ਦੇ ਰਸੂਲ ਨਾਲ ਹੀ ਖਿਤਾਬ ਹੈ ਪੂਰੇ ਹਦਾਇਤ ਨੇ ਉਹ ਕੌਣ ਨੇ ਅੱਲਾ ਦੇ ਰਸੂਲ ਨੇ ਜਦੋਂ ਉਹਨਾਂ ਨਾਲ ਹੀ ਖਿਤਾਬ ਹੈਗਾ ਉਹ ਤੁਸੀਂ ਜਿਹੜਾ ਉਹ ਮਤਲਬ ਉਹਨੂੰ ਨਾ ਮੰਨ ਕੇ ਨੂਰ ਨੂੰ ਨਾ ਮੰਨ ਕੇ ਫਟੋਫਟ ਆਣਾ ਬਸ਼ਰ ਮੁਸਲਿਮ ਨੂੰ ਮੰਨਣ ਦੇ ਅਤੇ ਤਰਤੀਬ ਦੇ ਇਤਬਾਰ ਨਾਲ ਗੱਲ ਮੰਨਣ ਦੇ ਇਤਬਾਰ ਨਾਲ ਅੱਲਾ ਨੇ ਜਦੋਂ ਨੂਰ ਆਖਿਆ ਤੁਸੀਂ ਉਹਨੂੰ ਛੱਡ ਕੇ ਅਤੇ ਦੌੜ ਕੇ ਉਹ ਦੂਸਰੀ ਆਇਤ ਫੜਨ ਦੇ ਇੱਕ ਦਾ ਇਨਕਾਰ ਇੱਕ ਹਿਸਾਬ ਨਾਲ ਕਰਨ ਦੇ ਕਿ ਤੁਸੀਂ ਜੀ ਅਸੀਂ ਨਹੀਂ ਇਹ ਨਹੀਂ ਨੂਰ ਜੀ ਨੂਰ ਹਦਾਇਤ ਹੈ ਅਤੇ ਦੂਸਰੀ ਜਿਹੜੀ ਉਹਨੂੰ ਫਟੋਫਟ ਮੰਨਣ ਦੇ ਇੱਕ ਦਾ ਇਨਕਾਰ ਇੱਕ ਦਾ ਇਕਰਾਰ ਇਹ ਵੀ ਪੋਸੀਬਲ ਨਹੀਂ ਹੈ ਤੁਸੀਂ ਐਟ ਦਾ ਸੇਮ ਟਾਈਮ ਦੋ ਕੰਮ ਨਹੀਂ ਕਰ ਸਕਦੇ ਜਾਂ ਮੰਨੋਗੇ ਜਾਂ ਨਹੀਂ ਮੰਨੋਗੇ ਅਤੇ ਜੇ ਗੈਰ ਜਾਨਬਦਾਰ ਰਹੋਗੇ ਤਾਂ ਮੁਨਾਫਿਕ ਹੋਵੇ ਦੋ ਹੀ ਸੋਚ ਜਾਂ ਮੰਨ ਲਓਗੇ ਜਾਂ ਨਹੀਂ ਮੰਨੋਗੇ ਕਾਹਦੀ ਸੱਚੇ ਤੇ ਕਾਹਦਾ ਨਹੀਂ ਜਿਹੜੀ ਗੱਲ ਯਾਰ ਮੈਨੂੰ ਇਹ ਨਹੀਂ ਪਤਾ ਨਹੀਂ ਮੈਨੂੰ ਇਹ ਨਹੀਂ ਪਤਾ ਮੈਂ ਤੇ ਜੋ ਇਹਦੇ ਵਿੱਚ ਇਹਨਾਂ ਨੇ ਜੋ ਬਿਆਨ ਕੀਤਾ ਮੈਂ ਉਹਦੇ ਹਿਸਾਬ ਨਾਲ ਨਹੀਂ ਮੈਨੂੰ ਮੈਂ ਕਹਿੰਦਾ ਵੀ ਤਰਜਮਾ ਕਿਸ ਹਿਸਾਬ 'ਚ ਕਰਦੇ ਤੁਸੀਂ ਅਲਫਾਜ਼ ਬਦਲ ਲਓਗੇ ਤੁਹਾਨੂੰ ਇਖਤਿਆਰ ਹੈ ਜਦੋਂ ਅੱਲਾ ਨੇ ਕਿਹਾ ਲਾ ਰਹਾ ਭਾਬੀ ਇਹਦੇ 'ਚ ਸ਼ੱਕ ਹੀ ਨਹੀਂ ਦੂਸਰਾ ਉਹਨੇ ਕਿਹਾ ਇਹਦੇ 'ਚ ਤਗੀਰ ਤਬਦਲ ਵੀ ਨਹੀਂ ਹੋ ਸਕਦਾ ਤੁਸੀਂ ਬਦਲ ਹੀ ਨਹੀਂ ਸਕਦੇ ਤੁਸੀਂ ਕਿਸ ਹਿਸਾਬ 'ਚ ਉਹਦਾ ਤਰਜਮੇ ਨੂੰ ਬਦਲਣ ਦੇ ਜਿਵੇਂ ਉਹਦੇ 'ਚ ਬਦਲਣ ਉਹਨੇ ਸਿੱਧਾ ਲਫ਼ਜ਼ ਅੱਲਾ ਨੇ ਇਸਤੇਮਾਲ ਕਰ ਦਿੱਤਾ ਫਿਰ ਇਹ ਹੈ ਕਿ ਇੱਥੇ ਨੂਰ ਨੂੰ ਛੱਡ ਕੇ ਅਨਾ ਬਾਸ਼ਰੋਂ ਮਿਸਲੋਕਮ ਨੂੰ ਉਹ ਅੱਲਾ ਦੇ ਰਸੂਲ ਦੀ ਗੱਲ ਕਹੀ ਤੁਸੀਂ ਕਹਿੰਦੇ ਵੀ ਉਹਨਾਂ ਨੇ ਆਪ ਕਿਹਾ ਕਿ ਮੈਂ ਜਿਹੜਾ ਨਾ ਬਸ਼ਰ ਹਾਂ ਹਾਲਾਂਕਿ ਹੈ ਅੱਲਾ ਦਾ ਉਹੀ ਫਰਮਾਇਆ ਉਹ ਵੀ ਅੱਲਾ ਦਾ ਹੀ ਠੀਕ ਹੈ ਮੁਹੱਬਤ ਚੰਗੀ ਆ ਤੁਸੀਂ ਆਪਣੀ ਮਰਜ਼ੀ ਨਾਲ ਮੁਹੱਬਤ ਕਰਦੇ ਹੋ ਆਪਣੀ ਮਰਜ਼ੀ ਨਾਲ ਮੁਹੱਬਤ ਨਹੀਂ ਕਰਦੇ ਆਏ ਰੇਂਜ ਨਹੀਂ ਹੋਣਾ ਇਹ ਗੱਲ ਜਿਹੜੀ ਨਾ ਇਹ ਹੋਣੀ ਹੈ ਸਿੱਧੀ ਸਿੱਧੀ ਠੀਕ ਹੈ ਇਹਦੀ ਸਾਰੀ ਗੱਲ ਹੀ ਗਲਤ ਆ ਦੂਸਰਾ ਅਸੀਂ ਕਦੋਂ ਆਖਣ ਡਏ ਕਿ ਵੀ ਇਹ ਨੂਰ ਜਿਹੜਾ ਉਹ ਅੱਲਾ ਦੇ ਨੂਰ ਨੇ ਅਸੀਂ ਤਾਂ ਨਹੀਂ ਕਹਿਣ ਡੇ ਅੱਲਾ ਪਾਕ ਆਖਣ ਡੇ ਨੂਰ ਮੈਂ ਤਾਂ ਨਹੀਂ ਕਿਹਾ ਮੈਂ ਕਦੋਂ ਅੱਲਾ ਦਾ ਨੂਰ ਇਹ ਸਾਇਤ 'ਚ ਮੈਂ ਤਾਂ ਨਹੀਂ ਕਹਿਣ ਡੇ ਉਹ ਅੱਲਾ ਦੇ ਨੂਰ ਅਸੀਂ ਕਦੋਂ ਆ ਗਏ ਅੱਲਾ ਕਹਿਣ ਦੇ ਨੂਰ ਤੁਹਾਡੇ ਕੋਲ ਨੂਰ ਆਇਆ ਅੱਲਾ ਦੀ ਤਰਫ ਮੇਰਾ ਅੱਲਾ ਹੈ ਅੱਲਾ ਦੀ ਤਰਫ ਤੋਂ ਮੈਂ ਨਹੀਂ ਕਿਹਾ ਮੈਂ ਕਦੋਂ ਆ ਗਿਆ ਅੱਲਾ ਦਾ ਮੈਂ ਗੁਨਾਹ ਹੀ ਨਹੀਂ ਮੇਰਾ ਤਾਂ ਗੁਨਾਹ ਹੀ ਨਹੀਂ ਜੇ ਗੁਨਾਹ ਵਾ ਤਾਂ ਫਿਰ ਅੱਲਾ ਦੇ ਤੁਸੀਂ ਉਹਦੇ 'ਤੇ ਸੁੱਟੋ ਅੱਲਾ ਨੇ ਆਖਿਆ ਜੀ ਮੈਂ ਕੋਈ ਨਹੀਂ ਆਖਿਆ ਕਿ ਉਹ ਅੱਲਾ ਦੇ ਨੂਰ ਅੱਲਾ ਨੇ ਆਖਿਆ ਕਿ ਉਹ ਨੂਰ ਆਇਤ ਮੁਬਾਰਕਾ ਦੱਸਣ ਡਈ ਹੈ ਨਾ ਇਹ ਫਿਰ ਉਹੀ ਗੱਲ ਉਹਦੇ ਵਾਲੀ ਮੌਸਮ ਸਾਹਿਬ ਵਾਲੀ ਗੱਲ ਆ ਗਈ ਨਾ ਵੀ ਇਹਦੇ ਵਿੱਚ ਨਹੀਂ ਮੈਂ ਤਾਂ ਮੁਖਤਲਿਫ ਕੀ ਮੈਂ ਤਾਂ ਕਿਸੇ ਦੀ ਕਰਨ ਹੀ ਨਹੀਂ ਰਿਹਾ ਮੈਂ ਤਾਂ ਕੁਰਾਨ ਦੀ ਗੱਲ ਕਰਨ ਡਿਆ ਉਹਦੇ ਵਿੱਚੋਂ ਗੱਲ ਕਰਨ ਡਿਆ ਜੇ ਤੇ ਤੂੰ ਉਹਦੇ ਤੋਂ ਹਟ ਕੇ ਕੋਈ ਕੀਤੀ ਤਾਂ ਮੈਨੂੰ ਦੱਸੋ ਨਹੀਂ ਤੁਸੀਂ ਮੈਨੂੰ ਜਾਂ ਤਾਂ ਆਖੋ ਜੇ ਮੇਰੀ ਗੱਲ ਦੇ ਵਿੱਚ ਕੋਈ ਫਰਕ ਆ ਤਾਂ ਮੈਨੂੰ ਸਮਝਾਓ ਗਲਤ ਕਰਨ ਡਏ ਨੇ ਕਿਉਂਕਿ ਆਪਣੇ ਕੋਲੋਂ ਲਫ਼ਜ਼ ਐਡ ਕਰਨ ਡਏ ਨੇ ਆਪਣੇ ਕੋਲੋਂ ਸਾਨੂੰ ਇਖਤਿਆਰ ਹੀ ਨਹੀਂ ਮੁਸਲਮਾਨਾਂ ਨੂੰ ਜਿਹੜੇ ਮੰਨਣ ਵਾਲੇ
ਤੇ ਉਹਨਾਂ ਨੇ ਤੇ ਮੈਨੂੰ ਇਹ ਦੱਸ ਜਿਹੜਾ ਨੂਰ ਦਾ ਲਫ਼ਜ਼ ਇਸਤੇਮਾਲ ਹੋਇਆ ਹੈ ਇਹ ਨਾਲ ਹਦਾਇਤ ਕਿਉਂ ਲਾਉਂਦੇ? ਅੱਛਾ ਇਹ ਅੱਲਾ ਤੋਂ ਬਹੁਤਾ ਜਾਣਦੇ ਨੇ, ਅੱਲਾ ਨਾਲ ਹਦਾਇਤ ਲਿਖ ਦਿੰਦੇ। ਅੱਲਾ ਨੇ ਉਹਨਾਂ ਨੂੰ ਨੂਰ ਆਖਿਆ? ਮੈਨੂੰ ਨਹੀਂ ਪਤਾ। ਮੈਂ ਤੇਰੇ ਸਵਾਲ ਦਾ ਜਵਾਬ ਦਿੱਤਾ ਸੀਗਾ ਕਿ ਅੱਲਾ ਨੇ ਆਪ ਨੂੰ ਨੂਰ ਆਖਿਆ। ਠੀਕ ਹੈ, ਕਿਉਂ? ਜੇ ਤੁਸੀਂ ਨੂਰੇ ਹਦਾਇਤ ਵੀ ਆਖੋ ਤਾਂ ਤਦ ਵੀ ਜ਼ਾਤੇ ਗਿਰਾਮੀ, ਜੇ ਤੁਸੀਂ ਉਹਨਾਂ ਨੂੰ ਨੂਰ ਰੋਸ਼ਨੀ ਆਖੋ ਤਾਂ ਤਦ ਵੀ ਰੋਸ਼ਨੀ ਕਿਸੇ ਜ਼ਰੀਏ ਤੋਂ ਉਹਦੇ ਜ਼ਰੀਆ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ। ਠੀਕ ਹੈ, ਮੈਂ ਇਹ ਤੁਹਾਨੂੰ ਕਹਿਣ ਡਿਆ ਕਿ ਅੱਲਾ ਨੇ ਉਹਨਾਂ ਨੂੰ ਨੂਰ ਆਖਿਆ। ਅੱਲਾ ਨੇ ਆਪਣੇ ਨਬੀ ਨੂੰ ਕਿਹਾ ਉਹ ਤੁਹਾਡੇ ਵਾਸਤੇ ਯਾਰ ਤੁਸੀਂ ਇਹ ਤੁਹਾਡੇ ਵਾਸਤੇ ਉੱਤੇ ਤੇ ਆਪਣੇ ਕੋਲ ਲੱਗੇ ਹੋ। ਮੈਂ ਕਹਿੰਦੇ ਵੀ ਉਹਨੇ ਆਪ ਕਹਿ ਦਿੱਤਾ ਕਿ ਨੂਰ ਹੋ ਗਿਆ, ਫਿਰ ਅੱਗੇ ਫਿਰ ਨਹੀਂ ਤੇ ਕਿਤਾਬ ਮੁਬੀਨ ਰੋਸ਼ਨ ਕਿਤਾਬ, ਮਤਲਬ ਅੱਲਾ ਨੇ ਆਖਿਆ ਕਿ ਮੈਂ ਤੁਹਾਨੂੰ ਦੋ ਚੀਜ਼ਾਂ ਭੇਜੀਆਂ ਨੇ, ਇੱਕ ਅੱਲਾ ਦਾ ਰਸੂਲ, ਦੂਸਰੇ ਲਫ਼ਜ਼ਾਂ ਦੇ ਨੂਰ ਔਰ ਨਾਲ ਕਿਤਾਬ ਆ ਗਈ। ਅੱਲਾ ਨਬੀ ਆ ਗਏ ਤੇ ਕਿਤਾਬ ਲੈ ਕੇ ਆ ਗਏ। ਬਸ ਗੱਲ ਉਹਦੀ ਗੱਲ ਕੋਈ ਉਹ ਖਿੱਚ ਕੇ ਐਮ ਲੈ ਜਾਂਦਾ, ਖਿੱਚ ਕੇ ਐਮ ਲੈ ਜਾਂਦਾ। ਇਹ ਨਹੀਂ ਗੱਲ ਗੱਲ ਤਾਂ ਉਹੀ ਹੈ, ਅੱਲਾ ਦੇ ਨਬੀ ਆਏ। ਮੈਂ ਇਹਨਾਂ ਨੂੰ ਕਹਿਣ ਡਿਆ ਕਿ ਇਹ ਜਿਹੜੀ ਗੱਲ ਕਰਨ ਦੇ ਨੇ ਗਲਤ ਕਰਨ ਦੇ ਨੇ, ਇਹ ਤਰਜਮੇ ਨੂੰ ਬਦਲਣ ਦੀ ਕੋਸ਼ਿਸ਼ ਕਰਨ ਦੇ, ਇਹ ਅੱਧੇ ਕੁਰਾਨ ਨੂੰ ਥੋੜ੍ਹਾ ਜਿਹਾ ਨੂੰ ਮੰਨ ਕੇ ਥੋੜ੍ਹਾ ਜਿਹਾ ਨੂੰ ਨਾ ਮੰਨਣ ਡਏ ਨੇ। ਠੀਕ ਹੈ, ਆਲਮ ਹੋਣ ਦੇ ਬਾਵਜੂਦ ਚੀਜ਼ਾਂ ਨੂੰ ਲੁਕਾਉਣ ਡਏ ਨੇ। ਫਿਰ ਇੱਕ ਹੋਰ ਗੁਨਾਹ ਦੇ ਮੁਰਤਕਬ ਹੋਣ ਡਏ ਨੇ ਕਿ ਜਿਹੜੀ ਚੀਜ਼ ਅੱਲਾ ਨੇ ਕਹੀ ਹੈ ਉਹਨੂੰ ਬਦਲ ਕੇ ਮਰਤਬੇ ਨੂੰ ਘਟਾਉਣ ਦੀ ਕੋਸ਼ਿਸ਼ ਕਰਨ ਡਏ ਨੇ। ਅੱਲਾ ਨੇ ਮਰਤਬਾ ਨੂਰ ਦਾ ਦਿੱਤਾ, ਇਹ ਉਹਨੂੰ ਘਟਾ ਕੇ ਤੇ ਹੋਰ ਕਿਸੇ ਪਾਸੇ ਲੈ ਜਾਂਦਾ। ਇਹ ਕਈ ਸਾਰੇ ਗੁਨਾਹ ਦੇ ਮੁਰਤਕਬ ਹੋ ਰਹੇ ਆਲਮ ਹੋਣ ਦੇ ਬਾਵਜੂਦ। ਮੇਰੀ ਗੱਲ ਮੰਨ ਲਓ ਕਿ ਇਹ 4-5 ਗੁਨਾਹ ਇਕੱਠੇ ਕਰ ਬੈਠੇ ਨੇ। ਠੀਕ ਹੈ, 4-5 ਗੁਨਾਹ, 4-5 ਗੁਨਾਹ ਇਕੱਠੇ ਹਜ਼ਰਤ ਸਾਹਿਬ ਮੁਰਤਕਬ ਹੋ ਗਏ ਨੇ ਇਸ ਗੱਲ ਨੂੰ। ਠੀਕ ਹੈ, ਸਹੀ ਕਰਨ ਡਿਆ ਹਰ ਬੰਦੇ ਨੂੰ ਤੁਸੀਂ ਛੱਡ ਦਿਓ। ਮੈਂ ਕਹਿੰਦਾ ਵੀ ਸਾਡੀ ਅੱਲਾ ਨੇ ਤੈਨੂੰ ਵੀ ਅਕਲ ਦਿੱਤੀ, ਮੈਨੂੰ ਵੀ ਦਿੱਤੀ। ਜੇ ਤਾਂ ਮੇਰੀ ਕੋਈ ਗੱਲ ਹੈ ਤੇ ਤੂੰ ਹਟ ਕੇ ਹੈਗੀ ਹੈ ਤਾਂ ਮੈਨੂੰ ਸਾਬਤ ਕਰ, ਮੈਂ ਮੰਨ ਲਿਆ। ਉਹਨਾਂ ਨੂੰ ਦਿਓ ਜਵਾਬ ਇਹ ਜਿਹੜੀ ਗੱਲ ਬਣ ਕਿਉਂ ਕੀਤਾ। ਨਹੀਂ ਸਹੀ ਕੀਤਾ, ਮਤਲਬ ਸਾਰਾ ਕੁਝ ਇਹਨਾਂ ਨੇ ਗਲਤ। ਇਹਨਾਂ ਨੇ ਹਰ ਗੱਲ ਜਿਹੜੀ ਆਪਣੇ ਹਿਸਾਬ ਨਾਲ ਵਰਤੀ ਹੈ, ਬਾਵਜੂਦ ਇਹਦੇ ਕੋਲ ਅੱਲਾ ਦੀ ਗੱਲ ਸੀ ਤੇ ਅੱਲਾ ਦੇ ਰਸੂਲ ਦੀ ਗੱਲ ਸੀ। ਇਹ ਆਪਣੀ ਮਰਜ਼ੀ ਨਾਲ ਉਹਨੂੰ ਨਹੀਂ ਮੋਡੀਫਾਈ ਕਰ ਸਕਦੇ। ਠੀਕ ਹੈ, ਅਗਰ ਮੋਡੀਫਾਈ ਕਰਨਗੇ ਤਾਂ ਗੁਨਾਹ ਦੇ ਮਰਤਬੇ ਹੋਣ। ਫਿਰ ਇਹ ਹੈ ਕਿ ਤੋਹੀਨੇ ਕੁਰਾਨ ਦੇ ਮਰਤਬੇ ਹੋਏ, ਇਹ ਤਾਂ ਸਿੱਧਾ ਸਿੱਧਾ ਸੰਸਾਰ ਆ ਬੰਦਾ। ਨਹੀਂ ਇੰਨੀ ਕੀ ਤੇਰੇ ਸਾਹਮਣੇ ਆ, ਤੇਰੇ ਸਾਹਮਣੇ ਆ। ਉਹਨੂੰ ਆਖ ਵੀ ਜੇ ਮੈਂ ਜਨਾਬ ਦੇ ਤੁਹਾਡੇ ਸਾਹਮਣੇ ਇੰਝ ਕਰਾਂ ਤੇ ਕੀ ਰਾਏ ਦਿਓਗੇ ਮੇਰੇ ਬਾਰੇ, ਦੱਸੋ। ਮੈਂ ਉਹਨਾਂ ਨੂੰ ਸਵਾਲ ਇਹ ਪੁੱਛਣਾ ਨਾ ਕਿ ਸਰ ਮੇਰੇ ਸਾਹਮਣੇ ਇੱਕ ਬੰਦੇ ਨੇ ਕੁਰਾਨ ਪਾਕ ਦੀ ਆਇਤ ਇੱਕ ਕਾਗਜ਼ 'ਤੇ ਲਿਖੀ ਸੀ, ਉਹਨੇ ਇੰਝ ਕਰਕੇ ਸੁੱਟ ਦਿੱਤੀ, ਉਹਦੇ ਬਾਰੇ ਜਨਾਬ ਦੀ ਕੀ ਗੱਲ? ਇੰਝ ਠੀਕ ਠੀਕ ਹੈ ਨਾ, ਇੰਝ ਪੁੱਛਣਾ ਠੀਕ ਹੈ। ਜਿਵੇਂ ਤੁਸੀਂ ਨਾਮ ਸਮਝਦੇ ਪੁੱਛਦੇ, ਬਾਕੀ ਆਪਣੇ ਮਸਲੇ ਦਾ ਹੀ ਪੁੱਛਦਾ। ਮੇਰੇ ਖਿਆਲ ਮੈਂ ਤਾਂ ਨਹੀਂ ਤਾਂ ਮੈਂ ਪਹਿਲੇ ਵੀ ਇੱਦਾਂ ਹੀ ਕਹਿੰਦਾ ਸਾਂ, ਕਿਉਂਕਿ ਮੈਂ ਇਹ ਸੁਣਿਆ ਮੈਂ ਬਾਕੀ ਵੀ ਕੋ ਗਿਆ ਹਰ ਬੰਦਾ ਮੁਹੱਬਤ ਦਾ ਆਪਣਾ ਤਕਾਜ਼ਾ ਸ਼ੋ ਕਰਦਾ। ਇਹ ਤਾਂ ਮੁਹੱਬਤ ਲੱਭਣ ਹੀ ਨਹੀਂ ਡੀ, ਇਹ ਤਾਂ ਸਾਰੀ ਇਹ ਤਾਂ ਸਗੋਂ ਗਲਤ ਕਰਕੇ ਸਾਰਾ ਮਾਮਲਾ ਹੋਣ ਡਿਆ ਨਾ। ਇਹਦੇ 'ਚ ਮੁਹੱਬਤ ਦਾ ਇੱਕ ਮਾਸਾ ਹੈ ਇਹਦੇ ਵਿੱਚ, ਨਾ ਕੁਰਾਨ ਨਾਲ ਮੁਹੱਬਤ, ਨਾ ਕੁਰਾਨ ਭੇਜਣ ਵਾਲੇ ਨਾਲ ਮੁਹੱਬਤ, ਨਾ ਕੁਰਾਨ ਜਿਹਦੇ 'ਤੇ ਨਾਜ਼ਲ ਹੋਇਆ ਉਹਦੇ ਨਾਲ ਮੁਹੱਬਤ, ਕਿਸੇ ਨਾਲ ਵੀ ਨਹੀਂ ਮੁਹੱਬਤ। ਇਹ ਤਾਂ ਪਤਾ ਨਹੀਂ ਕਿਹੜਾ ਕੋਈ ਨਵਾਂ ਹੀ ਫਾਰਮੂਲਾ। ਕੀ ਕਿਸ ਹਿਸਾਬ ਨਾਲ? ਮੈਂ ਤੈਨੂੰ ਸਾਰਾ ਹਿਸਾਬ ਦੱਸਦਾ। ਕਿਸੇ ਬੰਦੇ ਨੇ ਨਹੀਂ ਇਸ ਨੂੰ ਫੀਲ ਕੀਤਾ ਤੇ ਪਾਸੇ ਫਿਰ ਇਹੀ ਗੱਲ ਹੈ ਨਾ, ਮੇਰੀ ਗੱਲ ਸੁਣ। ਨਹੀਂ ਸਰਕਾਰ ਬੰਦੇ ਤੁਸੀਂ ਇਹਦਾ ਮਤਲਬ ਇਹ ਹੈ ਕਿ ਤੁਸੀਂ ਅੱਖਾਂ ਬੰਦ ਕਰਕੇ ਯਕੀਨ ਕਰਕੇ ਬੈਠੇ ਯਾਰ ਸ਼ਾਇਦ ਇਹ ਠੀਕ ਹੀ ਕਰਨ ਡਿਆ, ਲੇਕਿਨ ਮੈਂ ਤੁਹਾਨੂੰ ਦੱਸਿਆ ਕਿ ਨਹੀਂ ਠੀਕ ਕਰਨ ਡਿਆ। ਠੀਕ ਹੈ, ਇਹਨੇ ਸਾਰਾ ਕੁਝ ਹੀ ਗਲਤ ਕੀਤਾ। ਕੋਈ ਹੁੰਦੀ ਨਾ ਗੱਲ ਇੱਕ ਇਹਦੀ ਸਹੀ ਹੁੰਦੀ, ਇਹਨੇ ਇੱਕ ਵੀ ਨਹੀਂ ਸਹੀ ਕੀਤੀ। ਉਹਨੇ ਕਿਹਾ ਨਾ ਕਿ ਬਾਅਦ ਜਿਹਨੂੰ ਸਵਾਲ ਕੀਤਾ ਬਾਅਦ ਤਦ ਤੇ ਅਸੀਂ ਬੈਠੇ ਹਾਂ ਟਿਕ ਕੇ ਵੀ ਠੀਕ ਆ, ਅਸੀਂ ਸੁਣ ਲਈਏ ਪੁੱਛ ਲਈਏ ਜਨਾਬ ਕੋਲ। ਤੁਹਾਡੀ ਲੱਗ ਸਿੱਧਾ ਕਰ ਲਈ ਮੈਂ ਥੱਕ ਗਿਆ। ਇਹਨੂੰ ਜਿਹੜਾ ਸੀਗਾ ਕਿ ਇਹਨਾਂ ਨੂੰ ਗੱਲ ਜਿਹੜੀ ਉਹ ਤਰੀਕੇ ਨਾਲ ਹੀ ਕਰਨੀ ਚਾਹੀਦੀ ਸੀ। ਠੀਕ ਹੈ।
ਅੱਛਾ ਸਰ, ਤੁਹਾਡਾ ਇਸਮੇ ਗ੍ਰਾਮੀ ਕੀ ਹੈ? ਮੁਹੰਮਦ ਹਯਾਤ ਰੱਬਾਨੀ। ਮੇਰਾ ਸਰ ਨਾਂ ਨਈਮ ਹੈਦਰ। ਇਹ ਉਹ ਜਿਹੜਾ ਤੁਹਾਨੂੰ ਅਸੀਂ ਉਹ ਕਾਗਜ਼ ਭੇਜਿਆ ਸੀ, ਉਹਦੇ ਹਵਾਲੇ ਨਾਲ ਹੀ ਗੱਲ ਕਰਨੀ ਸੀ। ਤੁਹਾਡੇ ਕੋਲ ਸਵਾਲ ਇਹ ਸੀ ਸਰ ਕਿ ਵੀ ਤੋਹੀਨ ਕੁਰਾਨ ਦਾ ਜਿਹੜਾ ਬੰਦਾ ਮੁਰਤਕਿਬ ਹੋਵੇ ਉਹਦੇ ਲਈ ਕੀ ਤੁਹਾਡਾ ਹੁਕਮ ਹੈ ਕੁਰਾਨ ਸੁਨਨਤ ਦੀ ਰੋਸ਼ਨੀ? ਇਸ ਵਾਰ ਸਵਾਲ ਇਹ ਹੈ ਕਿ ਵੀ ਜਿਹੜਾ ਬੰਦਾ ਤੋਹੀਨ ਕੁਰਾਨ ਦਾ ਮੁਰਤਕਿਬ ਹੋਵੇ ਉਹਦੇ ਲਈ ਕੀ ਹੁਕਮ ਹੈ, ਕੀ ਉਹਦੇ ਨਾਲ ਕੀਤਾ ਜਾਣਾ ਚਾਹੀਦਾ? ਉਹਦਾ ਜੋ ਮੁਆਮਲਾ ਉਹਦੇ ਨਾਲ ਹੋਣਾ ਹੈ ਉਹ ਆਪਣਾ ਦਰਦ ਨਹੀਂ ਕਰਨਾ ਹੈਗਾ, ਕਾਨੂੰਨ ਦਾ ਅਸੀਂ ਹੱਥ 'ਚ ਨਹੀਂ ਲੈ ਸਕਦੇ। ਇਸ ਤਰ੍ਹਾਂ ਅਕਸਰ ਹੁੰਦਾ ਹੈ ਸਾਡੇ ਮੁਆਸ਼ਰੇ ਅੰਦਰ। ਅਤੇ ਉਹਦੀ ਜੀ ਸਜ਼ਾ ਹੈਗੀ ਜਿਹੜੀ ਆਪਣਾ ਅੱਛਾ ਨਹੀਂ, ਕੁਰਾਨ ਸੁਨਨਤ ਕੀ ਆਖਦੇ ਹੈ? ਮਤਲਬ ਅੱਲਾਹ ਪਾਕ ਦਾ ਕਲਾਮ ਹੈ, ਅਗਰ ਅੱਲਾਹ ਪਾਕ ਦੇ ਸਾਹਮਣੇ ਇਹ ਜਿਹਦਾ ਬੰਦਾ ਕੋਈ ਹਰਕਤ ਕਰੇਗਾ, ਹਾਂ ਅਗਰ ਮਤਲਬ ਕੋਈ ਚੀਜ਼ ਕੁਰਾਨ ਦੀ ਪੜ੍ਹੀ ਹੈ ਸੁੱਟ ਦਿੰਦਾ ਥੱਲੇ ਬਾਅਦ ਨਾਲ ਤੇ ਉਹਦੇ ਬਾਰੇ ਇਹਦੇ ਨਾਲ ਇੱਕ ਦਾ ਨਾ ਦਿਖਣਾ, ਇੱਕ ਹੁੰਦਾ ਹੈ ਉਹਦੇ ਰੱਖ ਰਖਾਓ ਦੇ ਅੰਦਰ। ਸਾਡਾ ਅਕੀਦਾ ਇਹ ਹੈਗਾ ਮੁਸਲਮਾਨਾਂ ਦੇ ਕੁਰਾਨ ਜੀ ਜਿਹੜਾ ਆਪਣਾ ਉਹਨੂੰ ਥੱਲੇ ਨਹੀਂ ਰੱਖਣਾ ਚਾਹੀਦਾ। ਔਰ ਇਹ ਬਿਲਕੁਲ ਠੀਕ ਹੈ, ਅਦਬ ਹੈ, ਉਹਦਾ ਹੱਕ ਕੁਰਾਨ ਪਾਕ ਦਾ। ਉਹ ਬੁਲੰਦੀਆਂ ਤੋਂ ਆਇਆ ਅਤੇ ਬੁਲੰਦ ਜਗ੍ਹਾ ਦੇ ਫੀ ਸੋਹਫੇ ਮੁਤਹਰਾ, ਬੁਲੰਦ ਜਗ੍ਹਾ ਦੀ ਸਜਦਾ ਹੈ। ਹੁਣ ਕਦਮਾਂ ਥੱਲੇ ਰੋਲਣਾ ਜਾਂ ਕਦਮਾਂ ਦੇ ਬਰਾਬਰ ਰੱਖਣਾ ਇਹ ਜਾਇਜ਼ ਹੀ ਨਹੀਂ, ਸਾਬਤ ਹੀ ਨਹੀਂ। ਔਰ ਅਗਰ ਕੋਈ ਬੰਦਾ ਥਰੋ ਕਰ ਦਿੰਦਾ, ਸੁੱਟ ਦਿੰਦਾ, ਹਾਂ ਸੁੱਟਣਾ ਫੈਂਕ ਦਿੰਦਾ, ਐਸਾ ਕਰ ਦਿੰਦਾ ਕਿ ਉਹ ਰੱਬ ਦੇ ਬਹੁਤ ਉਹਨੇ ਕਬੀਰਾ ਗੁਨਾਹ ਕੀਤਾ। ਅਗਰ ਉਹਨੇ ਜਹਾਲਤ ਦੀ ਬਣਾ ਦੇ ਕੀਤਾ, ਮਸਲਾ ਕਿ ਈਸਾਈ ਜਾਂ ਕਾਮ ਇਲਮ ਬੱਚਾ ਮਸਲਾ ਉੱਡੇ ਕੇ ਪੰਦਾ ਜਾਂ ਅਕਸਰ ਹੋ ਜਾਂਦਾ ਅਤੇ ਉਹਦਾ ਐਸਾ ਨਹੀਂ ਹੈ ਅੱਲਾਹ ਤਾਲਾ ਮਾਫ਼ ਕਰੇ। ਅਗਰ ਬੜੇ ਬੰਦੇ ਨੇ ਕਿਸੇ ਨੇ ਐਸਾ ਕੀਤਾ ਗਫਲਤ ਦੀ ਬਣਾ, ਜਹਾਲਤ ਦੀ ਬਣਾ, ਤਾਂ ਉਹਦਾ ਇਸਤਗਫਾਰ ਹੀ ਹੈ। ਉਹਦਾ ਇਸਤਗਫਾਰ ਹੀ ਕਰੇਗਾ, ਰੱਬ ਕੋਲੋਂ ਮਾਫੀ ਮੰਗਣੀ ਚਾਹੀਦੀ ਹੈ, ਕਿਉਂਕਿ ਬਹੁਤ ਬੜੀ ਗਲਤੀ ਹੈ ਕਿ ਅਗਰ ਉਹ ਇੱਕ ਕੁਰਾਨ ਪਾਕ ਨੂੰ ਮਸਲਨ ਇੱਕ ਤਾਂ ਉਹਨੇ ਤੋਹੀਨ ਕੀਤੀ, ਬੇਅਦਬੀ ਕੀਤੀ, ਦੂਸਰਾ ਉਹਨੇ ਇਸਰਾਰ ਕਰੇ, ਅੱਲਾਹ ਤਾਲਾ ਦੇ ਹਾਂ ਇਹ ਚੀਜ਼ ਨਾ ਪਸੰਦ ਹੈ। ਹਾਂ ਉਹ ਇਸਤਗਫਾਰ ਕਰਕੇ ਅੱਲਾਹ ਉਹਨੂੰ ਇਸ ਜੁਰਮ ਦੀ ਸਜ਼ਾ ਤੋਂ ਬਚਾ, ਉਹ ਅੱਲਾਹ ਚਾਹੇ ਤਾਂ ਮਾफ़ ਕਰ ਸਕਦਾ। ਹੁਣ ਉਹਦੇ 'ਚ ਮਿਸਾਲ ਮੈਂ ਇਹ ਕਹਿਣਾ ਕਿ ਅਗਰ ਫਰਜ਼ ਕਰੋ ਮੇਰੇ ਕੋਲ ਇੱਕ ਕਾਗਜ਼ ਹੈ ਜਿਹਦੇ ਤੇ ਆਇਤ ਕੁਰਾਨੀ ਲਿਖੀ, ਮੈਂ ਉਹਨੂੰ ਥਰੋ ਕਰ ਦਿੰਦਾ, ਜਾਂ ਮੇਰੇ ਕੋਲ ਇੱਕ ਸਿਪਾਰਾ ਹੈ ਤਾਂ ਮੈਂ ਉਹਨੂੰ ਇਸ ਤਰ੍ਹਾਂ ਹੀ ਥਰੋ ਕਰ ਦਿੰਦਾ, ਜਾਂ ਮੇਰੇ ਕੋਲ ਕੁਰਾਨ ਮਜੀਦ ਪੂਰਾ ਹੈ ਤਾਂ ਮੈਂ ਥਰੋ ਕਰ ਦਿੰਦਾ। ਜੁਰਮ ਸੇਮ ਹੀ ਹੈ ਜਾਂ ਕਿ ਇਹਦੇ 'ਚ ਵੀ ਕੋਈ ਫ਼ਰਕ ਹੈ ਥੋੜ੍ਹਾ ਬਹੁਤ ਕਿ ਉਹਦੀ ਇਸ ਦੇ ਨਾਲ ਇੰਨਾ ਮਾਲ ਬਨੀਆ ਜਿਹੜਾ ਨਾ ਨੀਅਤ 'ਤੇ ਹੀ ਡਿਪੈਂਡ ਕਰਦਾ ਹੈ। ਅਗਰ ਤੁਸੀਂ ਮਤਲਬ ਕਿਤਾਬ ਕੋਈ ਵੀ ਐਸੀ ਨਹੀਂ ਇਸਲਾਮੀ ਮੌਜੂਦ ਕੁਰਾਨੀ ਆਯਾਤ ਜਾਂ ਹਦੀਸ ਉਹਦਾ ਹੁੰਦੀਆਂ ਹੀ ਨੇ, ਬੰਦਾ ਬਾਅਦ ਦਫਾ ਰੱਖਣਾ ਚਾਹੁੰਦਾ ਕਿ ਥੱਲੇ ਗਿਰ ਪੈਣ, ਤੁਹਾਡਾ ਰਾਤਾ ਤਾਂ ਗਿਰਾਉਂਦਾ ਨਹੀਂ ਸੀ ਹੈ, ਉਹ ਉਹਦਾ ਇਸਤਗਫਾਰ ਹੀ ਹੈ। ਨਹੀਂ ਉਹ ਇਰਾਦਾ ਤਾਂ ਉਹਨੂੰ ਇੰਜ ਹਕਾਰਤ ਦੀ ਨਿਗਾਹ ਨਾਲ ਥਰੋ ਕਰ ਦੇਣਾ, ਸੁੱਟ ਦੇਣਾ, ਫੈਂਕ ਦਿੰਦਾ ਹੈਗਾ ਨਾ ਉਹ ਰੱਬ ਦੇ। ਹਾਂ ਉਹ ਕਾਰੀ ਸਾਹਿਬ ਗੱਲ ਹੈ ਕਿ ਇਹ ਤਿੰਨ ਬੰਦੇ ਇਸ ਚੀਜ਼ ਨੂੰ ਜਾਣਦੇ ਸਨ ਕਿ ਇਹ ਜਿਹੜਾ ਵਰਕਾ ਤੁਹਾਨੂੰ ਭਿਜਵਾਇਆ ਗਿਆ, ਇੱਕ ਮੈਂ ਜਾਣਦਾ ਸੀ, ਇੱਕ ਅਕਰਮ ਸਾਹਿਬ ਜਾਣਦੇ ਸੀ, ਇੱਕ ਤੁਸੀਂ ਜਾਣਦੇ ਸੋ। ਕਿਉਂ ਜਾਣਦੇ ਸੀ ਕਿ ਤੁਹਾਡੇ ਸਾਹਮਣੇ ਵੀ ਉਸ ਵਰਕੇ ਦੇ ਉੱਤੇ ਆਯਾਤ ਕੁਰਾਨੀ ਲਿਖੀਆਂ ਸਨ, ਤਰਜਮਾ ਵੀ ਲਿਖਿਆ ਸੀ। ਤੁਸੀਂ ਉਸ ਸਵਾਲ ਦਾ ਜਵਾਬ ਦਿੰਦਿਆਂ ਹੋਇਆਂ ਉਸ ਜਿਹੜਾ ਉਹ ਵਰਕਾ ਸੀ ਜਿਹਦੇ 'ਤੇ ਆਯਾਤ ਕੁਰਾਨੀ ਲਿਖੀਆਂ ਹੋਈਆਂ ਸਨ ਤਰਜਮੇ ਸਮੇਤ, ਜਨਾਬ ਨੇ ਉਹਨੂੰ ਇਸ ਤਰ੍ਹਾਂ ਥਰੋ ਕਰ ਦਿੱਤਾ ਹੈ। ਉਹਦੇ ਪਿੱਛੇ ਸਾਰੇ ਜਿਹੜੇ ਹੁੰਦੇ ਨੇ ਉੱਤੇ ਮੈਂਬਰ ਉੱਤੇ ਪਏ ਹੁੰਦੇ ਨੇ। ਨਹੀਂ ਉਹ ਮੈਂਬਰ ਤੇ ਨਹੀਂ, ਚਿੱਟਾ ਸਨ ਦੁਆ ਵਾਲੀਆਂ ਸਨ ਉਹ ਥੱਲੇ ਨਹੀਂ ਸਰ, ਮੈਂਬਰ ਦੇ ਉੱਤੇ ਤੁਹਾਡੀ ਵੀਡੀਓ ਮੌਜੂਦ ਹੈ ਜਿਹੜੀ ਬਣਨ ਡਈ ਸੀ ਕਿ ਜਨਾਬ ਨੇ ਉਹਨੂੰ ਥਰੋ ਕੀਤਾ ਔਰ ਉਹ ਮੈਂਬਰ ਤੇ ਨਹੀਂ ਸੀ। ਅਵਲ ਉਹਦੇ ਥਰੋ ਕਰਨਾ ਬਣਦਾ ਹੀ ਨਹੀਂ ਸੀਗਾ ਸਰ ਜੀ, ਪਤਾ ਕਿਉਂ? ਕਿਉਂਕਿ ਥਰੋ ਸੁਣ ਲਓ, ਅਗਰ ਮੈਂਬਰ ਤੇ ਇਹ ਰੱਖਦੇ ਕਾਰੀ ਸਾਹਿਬ ਤੇ ਸਮਝ ਆਉਂਦਾ ਸੀ, ਕਿਉਂਕਿ ਉਹਦਾ ਅਦਬ ਤੇ ਇਹਤਰਾਮ ਵਾਜਬ ਆ। ਇੱਕ ਜਿਵੇਂ ਆਂਦੇ ਨਾ ਵੀ ਇਨਸਾਨੀਅਤ 'ਚ ਕਿਸੇ ਨੇ ਇੱਕ ਜਾਨ ਬਚਾਈ ਤੇ ਉਹਨੇ ਸਾਰੀ ਇਨਸਾਨੀਅਤ ਦੀ ਜਾਨ ਬਚਾਈ, ਇਵੇਂ ਇੱਕ ਆਇਤ ਦੀ ਜਾਨ ਬਚਾਈ ਤੇ ਸਾਰੇ ਕੁਰਾਨ ਦੀ ਜਾਨ। ਠੀਕ ਹੈ, ਅਗਰ ਕਿਸੇ ਨੇ ਇੱਕ ਆਇਤ ਦੀ ਬੇਅਦਬੀ ਦਾ ਮੁਰਤਕਬ ਹੋਇਆ ਤਾਂ ਉਹਨੇ ਸਾਰੇ ਕੁਰਾਨ ਦੀ। ਵਜ੍ਹਾ ਇਹ ਹੈ ਕਿ ਸਾਰਿਆਂ ਤੋਂ ਵੱਡਾ ਕਾਇਨਾਤ ਦਾ ਖਾਲਕ ਉਹਦਾ ਕਲਾਮ ਹੈ, ਤੇ ਇਹਦੇ ਤੋਂ ਜ਼ਿਆਦਾ ਇੱਜ਼ਤ ਜਿਹੜੀ ਅਗਰ ਕਿਸੇ ਸ਼ਾਇਰੀ ਕੋ ਹੋ ਸਕਦੀ ਨਹੀਂ ਹੋ ਸਕਦੀ। ਇਹ ਜਨਾਬ ਨੇ ਇੱਕ ਕਿਸਮ ਦਾ ਐਸੀ ਹਰਕਤ ਜਿਹੜੀ ਸਰਜਤ ਤੁਹਾਡੇ ਕੋਲ ਹੋਈ ਹੈ, ਠੀਕ ਹੈ, ਜਿਹੜੀ ਨਹੀਂ ਸਰ ਗਲਤਫਹਿਮੀ ਨਹੀਂ, ਤੁਹਾਡੀ ਵੀਡੀਓ ਮੌਜੂਦ ਹੈ ਤੇ ਉਹਦੇ ਵਿੱਚ ਇਹ ਜਿਹੜਾ ਤੁਸੀਂ ਜਨਾਬ ਨੇ ਥਰੋ ਕੀਤਾ ਮੈਂ ਚਲੋ ਮੈਨੂੰ ਚਲੋ ਇਹੋ ਹੀ ਰਿਵਰਸ ਕਰ ਲਓ, ਮੈਂ ਫੜੀ ਆਇਤ, ਕੀ ਹੋਇਆ, ਮੈਂ ਉਹ ਆਇਤ ਫੜੀ, ਠੀਕ ਹੈ।
ਮੈਂ ਥਰੋ ਕਰ ਦੇਣਾ। ਤੁਸੀਂ ਮੈਨੂੰ ਵੇਖਦੇ ਹੋ ਤੇ ਕੀ ਆਖੋਗੇ? ਮੇਰੀ ਇਲਮ ਵੱਲ ਅਮਾਲ ਬਿਨ ਨਿਯਾਤ ਵੇਖੋਗੇ ਜਾਂ ਆਖੋਗੇ ਕਿ ਇਹਨੇ ਕੁਰਾਨ ਦੀ ਤੋਹੀਨ ਕੀਤੀ? ਬਜ਼ਾਹਿਰ ਨਹੀਂ ਬਜ਼ਾਹਿਰ ਜਿਹੜਾ ਤੁਸੀਂ ਦੇਖ ਤੁਸੀਂ ਇਹ ਨਹੀਂ ਵੇਖਣਾ, ਇਹ ਇਲਮ ਅਮਾਲ ਬਿਨ ਨਿਯਾਤ ਨਹੀਂ ਤੁਸੀਂ ਵੇਖਣਾ, ਤੁਸੀਂ ਤਾਂ ਅਮਲ ਵੇਖਣਾ ਕਿ ਇਸ ਬੰਦੇ ਨੇ ਉਸ ਵੇਲੇ ਕੀ ਕੀਤਾ। ਇਹ ਕਾਰੀ ਸਾਹਿਬ, ਮੇਰੀ ਗੱਲ ਛੱਡ ਦਿਓ ਯਾਰ ਇਸ ਗੱਲ ਨੂੰ। ਗੱਲ ਇਹ ਹੋਣ ਡਈ ਹੈ ਕਿ ਕਾਰੀ ਸਾਹਿਬ ਨੇ ਉਦੋਂ ਉਹ ਹਰਕਤ ਸਰਜ਼ਦ ਇਹਨਾਂ ਕੋਲ ਹੋਈ ਹੈ ਜਿਹੜੀ ਬੀਇੰਗ ਇੱਕ ਆਲਮ ਨਹੀਂ ਹੋਣੀ ਚਾਹੀਦੀ ਸੀ, ਕਿਉਂਕਿ ਕੁਰਾਨ 'ਚ ਬਕਾਇਦਾ ਤੁਸੀਂ ਤਰਜਮੇ ਨਾਲ ਪੜ੍ਹਦੇ ਹੋ, ਤੁਹਾਨੂੰ ਪਤਾ ਹੋਣਾ ਅੱਲਾਹ ਪਾਕ ਫਰਮਾਉਂਦੇ ਕਿ ਅੱਲਾਹ ਤੋਂ ਅਹਿਲੇ ਇਲਮ ਹੀ ਡਰਦੇ, ਜਿਨ੍ਹਾਂ ਨੂੰ ਅਸਲ 'ਚ ਅੱਲਾਹ ਦੀ ਜ਼ਾਤ ਦਾ ਇਲਮ ਹੈ ਉਹ ਡਰਦੇ ਨੇ। ਉਹ ਜਿਹੜਾ ਮੌਸਮ ਮੈਂ ਦਰਖਾਸਤਾਂ ਸਨ ਨਾ ਜਿਹੜੀ ਤਕਰੀਬਨ ਸਰ ਜੀ ਮੈਨੂੰ ਬਾਕੀ ਦਰਖਾਸਤਾਂ ਤੇ ਕੋਈ ਇਤਰਾਜ਼ ਨਹੀਂ, ਕਿਉਂਕਿ ਉਹ ਸਾਰੀਆਂ ਲਿਖੀਆਂ ਹੋਈਆਂ ਹੁੰਦੀਆਂ। ਸਰ ਜੀ ਨਹੀਂ, ਆਮ ਦਰਖਾਸਤ ਜਿਹੜੀ ਹੁੰਦੀ ਹੈ ਨਾ, ਮੈਂਬਰ ਦੇ ਉੱਤੇ ਜਾਂਦੇ ਕਹਿੰਦੇ ਅਗਰ ਹਵਾ ਨਾ ਥੱਲੇ ਗਿਰਿਆ ਹੈਗਾ ਸਰਕਾਰ, ਉਹ ਇਰਾਦਾ ਤਾਂ ਐਸਾ ਨਹੀਂ ਹੋਇਆ, ਹਵਾ ਨਾਲ ਥੱਲੇ ਸਰ ਜੀ ਤੁਹਾਨੂੰ ਇਹਦੇ ਤੇ ਅੱਲਾਹ ਕੋਲ ਇਸਤਗਫਾਰ ਕਰਨੀ ਚਾਹੀਦੀ ਹੈ। ਇਸਤਗਫਾਰ ਮੈਂ ਬਾਰ-ਬਾਰ ਹਾਰ ਹੋ ਕੇ ਮੈਂ ਤਾਂ ਇਸਤਗਫਾਰ ਕਰਨਾ, ਵਜ੍ਹਾ ਇਹ ਹੈ ਕਿ मैं रब को माफ़ी मांगना, मैं सर अल्लाह को इस्तगफार करना, खुदा ना चाहते हो जब ऐसा अल्लाह मैं ये तो अर्ज करन दिया कि अच्छा दूसरा सारे दे के इस्तगफार के बगैर बरकत ही नहीं है सर। हाँ जी, ये गलत हरकत सर ਦਾ ਦੇਸ਼ ਤੋਂ ਹੈ ਕਿ ਆਲਮ ਜਿਹੜਾ ਨਾ, ਆਲਮ ਕਹਿੰਦੇ ਜਾਣਨ ਵਾਲੇ ਨੇ, ਜਿਹੜੇ ਜਾਣਨ ਵਾਲੇ ਨੇ ਉਹ ਅੱਲਾਹ ਤੋਂ ਜ਼ਿਆਦਾ ਡਰਦੇ ਨੇ। ਤੇ ਫਿਰ ਦੇਖੋ ਨਾ, ਅਲਾਮਾ ਇਕਬਾਲ ਦਾ ਹੀ ਬਾਂਗੇ ਦਰਾ ਮੇਰੇ ਹੱਥ 'ਚ ਹੋਵੇ ਤੇ ਉਹ ਔਰ ਅਲਾਮਾ ਵੇਖਦੇ ਹੋਣ ਤੇ ਮੈਂ ਉਹਨੂੰ ਇਸ ਤਰ੍ਹਾਂ ਥਰੋ ਕਰਦੇ ਹਾਂ ਤੇ ਉਹਨਾਂ ਨੂੰ ਕੈਸਾ ਲੱਗੇਗਾ? ਇਹ ਅੱਲਾਹ ਦੀ ਜ਼ਾਤ ਤੇ ਹਰ ਵੇਲੇ ਵੇਖਣ ਡਈ, ਉਹ ਅਗਰ ਤੁਹਾਨੂੰ ਇਸ ਤਰ੍ਹਾਂ ਕਰਦਿਆਂ ਵੇਖੂਗੀ ਤਾਂ ਉਹਨੂੰ ਕੈਸਾ ਮਹਿਸੂਸ ਹੋਏਗਾ? ਇਹ ਇੱਕ ਗਲਤੀ ਹੈਗੀ ਐਸੀ ਜਿਹੜੀ ਕਿ ਨਾ ਦਾਨਿਸ਼ਤਾ ਵੀ ਹੋਈ ਤਾਂ ਤਦ ਵੀ ਕਾਬਲੇ ਤਜ਼ਦੀਰ ਹੈ, ਅਗਰ ਦਾਨਿਸ਼ਤਾ ਕੀਤੀ ਗਈ ਤਾਂ ਤਦ ਵੀ ਕਾਬਲੇ ਤਜ਼ਦੀਰ ਹੈ। ਕੁਰਾਨ ਬੰਤੋਂ ਮੈਂ ਪਹਿਲੇ ਦੱਸਿਆ, ਮਸਲਾ ਵੀ ਪੁੱਛਿਆ ਹੈ ਪਹਿਲੇ ਤੁਹਾਨੂੰ ਦੱਸਿਆ ਬਲੰਦੀਆਂ। ਦੂਸਰਾ ਸਰ ਇਹਦੇ 'ਚ ਫਰਦਰ ਇਹ ਗੱਲ ਹੈ, ਕਿਉਂਕਿ ਮੇਰੇ ਜ਼ਹਿਨ 'ਚ ਸਵਾਲ ਸੀ, ਮੈਂ ਇਹ ਕਹਿਣਾ ਸੀ ਕਿ ਤੁਸੀਂ ਇਸ ਚੀਜ਼ ਦੇ ਕਾਇਲ ਹੋ ਕਿ ਇਫਰਾਤ व तफरीद ਨਹੀਂ ਕਰਨੀ, ਕਾਇਲ ਹੋ ਨਾ? ਵਾਹ ਤਸਮੂ ਬਿਹਬਲਿल्लाह ਜਿਵੇਂ ਹਮ ਇਸ ਦੇ ਤੁਸੀਂ ਇਹ ਕਹਿੰਦੇ ਹੋ ਕਿ ਇਫਰਾਤ व तफरीद ਨਹੀਂ ਕਰਨੀ, ਨਾ ਕੁਝ ਵਧਾਉਣਾ ਹੈ ਤੇ ਨਾ ਕੁਝ ਘਟਾਉਣਾ ਹੈ। ਇਹ ਜਿਹੜੀ ਆਇਤ ਮੁਬਾਰਕ ਹੈ ਉਹਦੇ ਵਿੱਚ ਅੱਲਾਹ ਪਾਕ ਫਰਮਾਉਂਦੇ ਕਦ ਜਾਅकुम मिनल्लाहि नूरुन व किताबुम मुबीन। ਅੱਲਾਹ ਪਾਕ ਆਉਂਦੇ ਨੇ ਕਿ ਤੁਹਾਡੇ ਕੋਲ ਅੱਲਾਹ ਦੀ ਤਰਫੋਂ ਨੂਰ ਆਇਆ ਔਰ ਕਿਤਾਬੇ ਮੁਬੀਨ ਆਈ। ਨੂਰ ਤੋਂ ਮੁਰਾਦ ਤੁਸੀਂ ਕਿਹਾ ਕਿ ਨੂਰੇ ਹਦਾਇਤ। ਨੂਰੇ ਹਦਾਇਤ ਕੌਣ ਹੈ? ਇਹਦਾ ਮੰਬਾ ਤੇ ਮਰਕਜ਼ ਕੌਣ ਹੈ? ਮਖਜ਼ਨ ਕੌਣ ਆ? ਤੁਹਾਡੇ ਨਜ਼ਦੀਕ ਅੱਲਾਹ ਪਾਕ ਦੇ ਰਸੂਲ ਹੀ ਨੇ। ਸਰ ਸੁਣ ਲੈਣਾ ਗੱਲ ਤਾਂ ਨਹੀਂ ਸਰ, ਪਹਿਲੇ ਗੱਲ ਇਹਦਾ ਤਰੀਕਾ ਇਹ ਹੀ ਹੁੰਦਾ ਕਿ ਪਹਿਲੇ ਅਗਲੇ ਦੀ ਗੱਲ ਸੁਣਨੀ ਫਿਰ ਅਗਲੋਂ ਆਪਣਾ ਤੁਸੀਂ ਮੈਨੂੰ ਆਰਗੂ ਦੇਣਾ। ਜਦੋਂ ਅੱਲਾਹ ਪਾਕ ਫਰਮਾਨ ਡੇ ਨੇ ਕਿ ਨੂਰ ਮਿਨ ਅੱਲਾਹ ਹੈ, ਅੱਲਾਹ ਇੱਥੇ ਫਰਮਾ ਸਕਦੇ ਸੀ ਕਿ ਨੂਰੇ ਹਦਾਇਤ ਮਿਨ ਅੱਲਾਹ ਹੈ, ਠੀਕ ਹੈ, ਉਹਨਾਂ ਨੇ ਨਹੀਂ ਫਰਮਾਇਆ। ਅੱਲਾਹ ਨੇ ਅੱਗੇ ਕਿਤਾਬ ਨਾਲ ਮੁਬੀਨ ਲਾਇਆ ਤੇ ਉਹ ਲਾ ਸਕਦੇ ਸੀ, ਉਹਨਾਂ ਲਾਇਆ ਕਿਉਂਕਿ ਉਹਨਾਂ ਦਾ ਆਪਣਾ ਕਲਾਮ ਸੀ। ਜਦੋਂ ਇਫਰਾਤ ਵੀ ਨਹੀਂ ਕਰ ਸਕਦੇ, ਤਫਰੀਤ ਵੀ ਨਹੀਂ ਕਰ ਸਕਦੇ, ਤੇ ਫਿਰ ਜੋ ਅੱਲਾਹ ਨੇ ਲਿਖਿਆ ਵਾ, ਸਰ ਸੁਣ ਲੈਣਾ, ਜੋ ਅੱਲਾਹ ਨੇ ਲਿਖਿਆ ਨਾ ਤਾਂ ਤੁਸੀਂ ਉਹਦੇ ਤੋਂ ਇੱਕ ਲਫ਼ਜ਼ ਵਧਾ ਸਕੋਗੇ ਤੇ ਨਾ ਘਟਾ ਸਕੋਗੇ, ਤੁਹਾਨੂੰ ਇਖਤਿਆਰ ਹੀ ਨਹੀਂ, ਕਿਉਂਕਿ ਅਸੀਂ ਅੱਲਾਹ ਤੋਂ ਜ਼ਿਆਦਾ ਨਹੀਂ ਜਾਣਦੇ, ਕਿਉਂਕਿ ਕਲਾਮ ਉਹਦਾ ਵਾ, ਉਹ ਉਹਦੀਆਂ ਬਰੀਕੀਆਂ ਉਹਨੂੰ ਪਤਾ, ਨਾ ਉਹਨੇ ਲਫ਼ਜ਼ ਇੱਕ ਵਧਾਇਆ ਨਾ ਉਹਨੇ ਘਟਾਇਆ। ਅੱਲਾਹ ਪਾਕ ਨੇ ਆਖਿਆ ਨੂਰ ਨੂੰ ਤੁਸੀਂ ਹਿਦਾਇਤ ਲਓ, ਤਦ ਵੀ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਜ਼ਾਤ ਮੁਬਾਰਕ। ਅਗਰ ਤੁਸੀਂ ਉਹਨੂੰ ਰੋਸ਼ਨੀ ਲਓ ਤਾਂ ਰੋਸ਼ਨੀ ਲਈ ਵੀ ਕੋਈ ਬਲਬ ਹੋਵੇ, ਟਿਊਬ ਹੋਵੇ, ਉਹ ਕੋਈ ਨਾ ਕੋਈ ਮੰਬਾ ਮਰਕਜ਼ ਹੁੰਦਾ। ਇਸ ਤੋਂ ਇੱਥੇ ਅਗਰ ਤੁਸੀਂ ਨੂਰੇ ਹਦਾਇਤ ਲੈਂਦੇ ਹੋ ਤਦ ਵੀ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਜ਼ਾਤ ਮੁਬਾਰਕਾ ਨੂੰ ਨੂਰ ਕਿਹਾ ਗਿਆ। ਔਰ ਮੈਂ ਇਹ ਨਹੀਂ ਕਹਿੰਦਾ ਕਿ ਨੂरुम में ਨੂरुल्लाह, ਕਿਉਂਕਿ ਅੱਲਾਹ ਨੇ ਆਖਿਆ ਨੂਰ, ਮੈਂ ਨਹੀਂ ਕਹਿਣ ਡਿਆ, ਨਾ ਮੈਂ ਨੂरुम में ਨੂरुल्लाह ਕਹਿਣ ਡਿਆ, ਠੀਕ ਹੈ, ਸੁਣ ਲਓ ਨਾ, ਅੱਲਾਹ ਨੇ ਕਿਹਾ ਨੂਰ, ਮੈਂ ਨਹੀਂ ਕਿਹਾ, ਨਾ ਮੈਂ ਨੂरुम में ਨੂरुल्लाह ਕਹਿਣ ਡਿਆ। ਅੱਲਾਹ ਨੇ ਆਖਿਆ ਨੂਰ, ਨਾ ਉਹਦੇ ਨਾਲ ਹਦਾਇਤ ਲਾਈ ਆ, ਨਾ ਕੋਈ ਹੋਰ ਲਫ਼ਜ਼ ਲਾਇਆ, ਤੁਸੀਂ ਲਫ਼ਜ਼ ਵਧਾ ਘਟਾ ਨਹੀਂ ਸਕਦੇ, ਤੁਹਾਡਾ ਕੋਈ ਇਖਤਿਆਰ ਨਹੀਂ। ਦੂਸਰਾ ਜਦੋਂ ਇੱਕ ਮਿੰਟ ਤਰਜਮਾ ਤਾਂ ਮੈਂ ਨਹੀਂ ਕੀਤਾ ਉਸ ਦਾ, ਮੇਰੀ ਮੁਕੰਮਲ ਨਹੀਂ ਹੋਈ, ਮੈਂ ਵਜ਼ਾਹਤ ਕੀਤੀ ਕਿ ਤੁਸੀਂ ਨੂਰੇ ਹਦਾਇਤ, ਮੈਂ ਇਹ ਅਰਜ਼ ਕਰਾਂ ਕਿ ਹਦਾਇਤ ਉਹ ਹਕੀਕਤ ਹਰ ਇੱਕ ਦੇ ਨਜ਼ਦੀਕ ਹੀ ਹੈ। ਸਰ ਜੀ ਉਹ ਮਕਸਦ ਪਤਾ ਕੀ ਹੈ, ਗੱਲ ਇਹ ਹੈ ਕਿ ਜਦੋਂ ਤੁਸੀਂ ਇਫਰਾਤ ਤਫਰੀਤ ਨਹੀਂ ਕਰ ਸਕਦੇ ਨਾ, ਫਿਰ ਤੁਹਾਨੂੰ ਇਖਤਿਆਰ ਨਹੀਂ ਹੈ ਕਿ ਤੁਸੀਂ ਵਜ਼ਾਹਤ ਕਰਦਿਆਂ ਵੀ ਆਪਣੀ ਮਰਜ਼ੀ ਨਾਲ ਜੋ ਉਹਨੂੰ ਚਾਹੋ ਉਹਨੂੰ ਮੋਡੀਫਾਈ ਕਰਕੇ ਬਿਆਨ ਕਰ ਦਿਓ। ਕੋਸ਼ਿਸ਼ ਕਰੋ ਕਿ ਜੋ ਕਿਹਾ ਗਿਆ ਉਹ ਹੀ ਰੱਖਿਆ ਜਾਏ, ਠੀਕ ਹੈ ਨਾ। ਉਹਦੇ ਵਿੱਚ ਕੀ ਹੈ ਕਿ ਸੰਭਾਲ ਤੁਹਾਡੇ ਕੋਲ ਉਸ ਆਇਤ ਦਾ ਹੋਣ ਡਿਆ ਤੇ ਤੁਹਾਨੂੰ ਜਵਾਬ ਉਸ ਆਇਤ ਦਾ ਦੇਣਾ ਚਾਹੀਦਾ, ਨਾ ਕਿ ਅਨਾ ਬਾਸ਼ਰਮ ਮਿਸਲੋ ਕੰਮ ਤੇ ਚਲੇ ਜਾਓ। ਉਹਦੀ ਵਜ੍ਹਾ ਇਹ ਹੈ ਕਿ ਤੁਸੀਂ ਜਿਹੜੀ ਚੀਜ਼ ਦੇ ਬਾਰੇ ਸਵਾਲ ਆ ਉਹਨੂੰ ਛੱਡ ਕੇ ਤੇ ਦੂਸਰੇ ਨੂੰ ਜਾ ਕੇ ਫੜਨ ਰਹੇ ਆ। ਤੁਸੀਂ ਉਹ ਜਿਹਦੀ ਇੱਕ ਚੀਜ਼ ਨੂੰ ਛੱਡਦੇ ਆ ਔਰ ਇੱਕ ਨੂੰ ਫੜ ਰਹੇ, ਇਹ ਵੀ ਜਾਇਜ਼ ਨਹੀਂ ਹੈ। ਉਹਦੀ ਵਜ੍ਹਾ ਇਹ ਹੈ ਕਿ ਤੁਸੀਂ ਮੰਨ ਨਹੀਂ ਸਕਦੇ। ਮਕਸਦ ਤੁਹਾਡਾ ਮੈਂ ਤੁਹਾਨੂੰ ਦੱਸਣਾ, ਇਸ ਸਾਰੀ ਗੁਫ਼ਤਗੂ ਦਾ ਮਕਸਦ ਇਹ ਹੈ ਕਿ ਇਹ ਮੇਰਾ ਕੁਲੀਗ ਹੈ, ਸਾਡੀ ਗੱਲ ਹੋਈ ਸੀ ਤੇ ਇਹ ਐਵੇਂ ਨੂਰ ਦੀ ਗੱਲ ਹੋਣ ਲੱਗ ਪਈ ਤੇ ਇਹਨੇ ਮੈਨੂੰ ਆਖਿਆ ਕਿ ਮੈਨੂੰ ਤੁਸੀਂ ਇਹ ਵਿਖਾਓ ਪੁਰਾਣੇ ਵਜੀਦ 'ਚ ਕਿਆ ਅੱਲਾਹ ਨੇ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੂੰ ਨੂਰ ਕਰਾਰ ਦਿੱਤਾ। ਲਓ ਜੀ, ਮੈਂ ਕੋਈ ਆਲਮ ਫਾਜ਼ਲ ਕੋਈ ਨਹੀਂ ਐਡਾ, ਮੈਂ ਬਸ ਤਰਜਮੇ ਨਾਲ ਕੁਰਾਨ ਸਮਝਣ ਦੀ ਕੋਸ਼ਿਸ਼ ਕਰਨਾ।
ਠੀਕ ਹੈ। ਮੈਂ ਫਿਰ ਇਹ ਹੈ ਕਿ ਕੰਪੈਰੀਟਿਵ ਸਟੱਡੀ ਜ਼ਰੂਰ ਕੀਤੀ ਹੈ ਕਿ ਜਿਹਦੇ 'ਚ ਮੈਂ ਦਿਓਬੰਦੀ ਉਲਮਾ ਨੂੰ ਪੜ੍ਹਿਆ, ਮੈਂ ਅਹਿਲੇ ਹਦੀਸ ਨੂੰ ਪੜ੍ਹਿਆ, ਮੈਂ ਆਪਣੇ ਸ਼ੀਆ ਹਜ਼ਰਾਤ ਨੂੰ ਪੜ੍ਹਿਆ, ਮੈਂ ਸੁੰਨੀ ਉਲਮਾ ਨੂੰ ਪੜ੍ਹਿਆ। ਤੇ ਉਹ ਮਕਸਦ ਕੀ ਸੀਗਾ ਕਿ ਯਾਰ ਮੈਨੂੰ ਕੋਈ ਥੋੜ੍ਹੀ ਜਿਹੀ ਨਾ ਆਗਾਹੀ ਹੋ ਸਕੇ ਚੀਜ਼ਾਂ ਬਾਰੇ। ਕਿਉਂ ਕਿ ਅੱਲਾ ਨੇ ਅਕਲ ਤੁਹਾਨੂੰ ਵੀ ਦਿੱਤੀ, ਮੈਨੂੰ ਵੀ ਦਿੱਤੀ, ਇਹਨਾਂ ਨੂੰ ਵੀ ਦਿੱਤੀ, ਇਸ ਲਈ ਦਿੱਤੀ ਕਿ ਹਰ ਬੰਦਾ ਆਪਣੀ ਅਕਲ ਤੋਂ ਵੀ ਕੰਮ ਲਏ। ਜੇ ਤੁਹਾਡੀ ਇਕੱਲੀ ਨਾਲ ਚੱਲਦਾ ਤਾਂ ਮੈਨੂੰ ਇਹਨਾਂ ਨੂੰ ਨਾ ਦਿੱਤੀ ਜਾਂਦੀ। ਤੇ ਉਹ ਮੈਂ ਨਾ ਸਰ ਇਹਦੇ 'ਚ ਕੰਪੈਰੀਟਿਵ ਹੁਣ ਇਹਨੇ ਮੈਨੂੰ ਜਦੋਂ ਆਖਿਆ ਨਾ, ਤੇ ਐਵੇਂ ਹੀ ਮੈਂ ਅੱਜ ਹੀ ਰੋਜ਼ਿਆਂ 'ਚ ਹੀ ਕੁਰਾਨ ਮਜੀਦ ਪੜ੍ਹਨ ਡਿਆ ਤੇ ਸੂਰਾ ਅਲ ਮਾਇਦਾ ਦੀ ਇਹ ਜਿਹੜੀ ਆਇਤ ਮੁਬਾਰਕਾ ਮੇਰੇ ਸਾਹਮਣੇ ਆਈ, ਮੈਂ ਇਹਨੂੰ ਪੜ੍ਹਿਆ। ਮੈਂ ਆਖਿਆ ਵੀ ਯਾਰ ਅੱਲਾ ਨੇ ਆਖਿਆ, ਠੀਕ ਹੈ। ਔਰ ਪਤਾ ਕੀ ਸਰ, ਮੈਂ ਨਹੀਂ ਵੀ ਆਖਿਆ, ਇਹ ਅੱਲਾ ਨੇ ਕਿਹਾ ਵਾ ਇਹ ਗੱਲ। ਅਗਰ ਦੇਖੋ ਇਸ ਤੋਂ ਇਲਾਵਾ ਵੀ ਕੁਰਾਨ 'ਚ ਕਈ ਆਇਤਾਂ ਨੇ, ਸੂਰਾ ਮਾਇਦਾ 'ਚ ਵੀ ਅੱਗੇ ਜਾ ਕੇ ਅੱਲਾ ਆਖਦੇ ਕਿ ਇਹ ਬਸ਼ੀਰ ਨੇ ਤੇ ਨਜ਼ੀਰ ਨੇ, ਕਦ ਜਾਕੁਮ ਬਸ਼ੀਰੋਂ व ਨਜ਼ੀਰ। ਫਿਰ ਅੱਲਾ ਇਹ ਆਂਦੇ ਕਿ ਇਹ ਕਦ ਜਾਕੁਮ, ਹਾਂਜੀ ਤੁਹਾਡੀ ਤਰਫ ਇਹ ਆਏ ਨੇ ਜਿਹੜੇ ਤੁਹਾਨੂੰ ਆਇਤ ਮੁਬਾਰਕਾ ਦੀ ਤਲਕੀਨ ਕਰਦੇ ਨੇ ਔਰ ਤੁਹਾਨੂੰ ਪਾਕ ਕਰਦੇ ਨੇ। ਠੀਕ ਹੈ। ਇਹ ਸਾਰੀਆਂ ਆਇਤਾਂ ਜਿਹੜੀਆਂ ਨੇ ਇਹ ਦੱਸਦੀਆਂ ਨੇ ਕਿ ਐਕਚੁਅਲੀ ਇਹ ਅੱਲਾ ਦੀ ਜ਼ਾਤ ਮੁਬਾਰਕਾ ਨੇ ਨਬੀ ਪਾਕ ਸੱਲੱਲਾਹੁ अलैहि वसल्लम ਇਹ ਖਸਾਇਸ, ਇਹ ਫਜ਼ਾਇਲ ਅਤਾ ਫਰਮਾਏ। ਹੁਣ ਮੇਰਾ ਮੌਕਫ ਇਹ ਨੇ, ਜਦੋਂ ਆਖਿਆ ਤਾਂ ਮੈਂ ਉਹਨੂੰ ਦੱਸਿਆ ਨਾ, ਤਾਂ ਮੈਂ ਇਹ ਕਹਿ ਰਿਹਾ ਸੀ ਕਿ ਦੇਖੋ ਅਸੀਂ ਨਹੀਂ ਇਹ ਕਹਿਣ ਡੇ, ਮੈਂ ਨਹੀਂ ਕਹਿਣ ਡਿਆ, ਇਹ ਅੱਲਾ ਦੀ ਜ਼ਾਤ ਨੇ ਆਖਿਆ। ਇਹਨੂੰ ਤੁਸੀਂ ਨੂਰੇ ਹਦਾਇਤ ਮੁਰਾਦ ਲਓ, ਇਹਨੂੰ ਤੁਸੀਂ ਜੋ ਵੀ ਮੁਰਾਦ ਲਓ, ਲੇਕਿਨ ਅੱਲਾ ਨੇ ਨੂਰ ਤੋਂ ਅੱਗੇ ਕੋਈ ਲਫ਼ਜ਼ ਅਦਾ ਨਹੀਂ ਕੀਤਾ। ਇਸ ਤੋਂ ਮੈਂ ਵੀ ਨਹੀਂ ਕਰਦਾ, ਮੈਂ ਕੌਣ ਹੁੰਨਾ ਕਰਨ ਵਾਲਾ, ਠੀਕ ਹੈ। ਮੈਂ ਇਹ ਕਹਿਣਾ ਕਿ ਅੱਲਾ ਨੇ ਉਹਨਾਂ ਨੂੰ ਨੂਰ ਆਖਿਆ। ਠੀਕ ਹੈ। ਮਕਸਦ ਜੇ ਪਤਾ ਕੀ ਗੱਲ ਤੇ ਮੇਰਾ ਮਕਸਦ ਖੁਦਾ ਨਾ ਖਾਸਤਾ ਤੁਹਾਨੂੰ ਇੱਕ ਮਿੰਟ ਸਰ ਇੱਕ ਮਿੰਟ ਸੁਣ ਲੈਣਾ। ਮੇਰਾ ਮਕਸਦ ਖੁਦਾ ਨਾ ਖਾਸਤਾ ਤੁਹਾਨੂੰ ਡਾਊਨਗ੍ਰੇਡ ਕਿਸੇ ਤਰ੍ਹਾਂ ਕਰਨਾ ਨਹੀਂ, ਨਾ ਮੇਰਾ ਮਕਸਦ ਕੋਈ ਜੀਤ ਹੈਗਾ। ਮੈਂ ਸਿਰਫ ਇਹ ਚਾਹੁੰਦਾ ਕਿ ਸਾਡੇ ਉਲਮਾ, ਮੇਰੇ ਸੁੰਨੀ ਅਹਿਲੇ ਹਦੀਸ ਜਾਂ ਦਿਓਬੰਦੀ ਹਜ਼ਰਾਤ, ਇਹਨਾਂ ਨੂੰ ਗੱਲ ਇੰਝ ਕਰਨੀ। ਦੇਖੋ ਇੱਕ ਹੋਰ ਚੀਜ਼ ਵੀ ਆ, ਅੱਲਾਹ ਪਾਕ ਨੇ ਜੇ ਫਜ਼ਾਇਲ ਉਹਨਾਂ ਨੂੰ ਅਤਾ ਫਰਮਾਏ ਨੇ ਨਾ, ਤੇ ਫਜ਼ਾਇਲ ਨੂੰ ਤਨਕੀਸ ਉਹਨਾਂ 'ਚ ਲੈ ਕੇ ਆਉਣਾ, ਉਹਨਾਂ ਨੂੰ ਕੰਮ ਕਰਨਾ, ਅਸੀਂ ਸਾਡੇ ਇਹ ਕਾਬਿਲ ਹੀ ਨਹੀਂ, ਅਸੀਂ ਕੁਝ ਕਰ ਹੀ ਨਹੀਂ ਸਕਦੇ। ਕਿਉਂਕਿ ਅੱਲਾ ਨੇ ਆਖਿਆ ਸੋਹਣਿਆ ਮੈਂ ਤੇਰਾ ਜ਼ਿਕਰ ਬੁਲੰਦ ਕਰਨਾ ਵਾ, ਵਧਾਣਾ, ਉਹ ਜਿਹੜੀ ਸੂਰਾ ਵਰਫਾਨ ਅੱਲਾ ਦਾ ਜ਼ਿਕਰ ਕੋਨਾ ਕਹਿਣਾ, ਤੇਰਾ ਜ਼ਿਕਰ ਬੁਲੰਦ ਕਰਨਾ, ਅਸੀਂ ਤੁਸੀਂ ਉਹਨੂੰ ਘਟਾ ਨਹੀਂ ਸਕਣਾ। ਮੇਰਾ ਇਹ ਮੌਕਫ ਹੈ ਕਿ ਅਸੀਂ ਅਗਰ ਅੱਲਾਹ ਪਾਕ ਨੇ ਉਹਨਾਂ ਨੂੰ ਜੋ ਫਰਮਾਇਆ ਵਾ ਅਸੀਂ ਉਹਨਾਂ ਰਹਿਣ ਦਈਏ, ਨਾ ਮੈਂ ਕੋਈ ਵਧਾਵਾਂ ਤੇ ਨਾ ਤੁਸੀਂ ਕੋਈ ਘਟਾਓ। ਜੋ ਅਸਲ ਗੱਲ ਹੈ ਉਹ ਅਗਲੇ ਬੰਦੇ ਨੂੰ ਦੱਸੀਏ ਤਾਂ ਕਿ ਡਿਸਾਈਡ ਉਹ ਕਰੇ, ਨਾ ਤੇ ਉਹਦਾ ਵਬਾਲ ਤੁਹਾਡੇ ਤੇ ਹੋਵੇ ਤੇ ਨਾ ਮੇਰੇ ਤੇ ਹੋਵੇ, ਨਾ ਕਿਸੇ ਹੋਰ ਤੇ ਹੋਵੇ। ਅਸਲ ਹਕੀਕਤ ਤੱਕ ਬੰਦਾ ਪਹੁੰਚੇ ਔਰ ਆਪਣੀ ਅਕਲ ਨਾਲ ਸਰ ਪਹੁੰਚੇ। ਮੈਂ ਤੁਹਾਡੇ ਨਾਲ ਇਹ ਵੱਖਰੀ ਗੱਲ ਪਤਾ ਕੀਤੀ, ਮੈਂ ਇਹਦੇ ਨਾਲ ਗੱਲ ਕੀਤੀ, ਮੈਂ ਕਿਹਾ ਮੈਂ ਕਾਰੀ ਸਾਹਿਬ ਜਿਹੜੇ ਨੇ ਮੇਰੇ ਲਈ ਮੁਹਤਰਮ ਨੇ, ਮੈਂ ਚਾਰਾਂ ਬੰਦਿਆਂ 'ਚ ਇਹ ਗੱਲ ਇਸ ਤੋਂ ਨਹੀਂ ਕਰਨਾ ਚਾਹੁੰਦਾ ਕਿ ਅੱਲਾ ਨੇ ਆਖਿਆ ਮੈਂ ਸਤਾਰਲ ਅਯੂਬ ਹੈ, ਮੈਂ ਅੱਬਾ ਤੇ ਪਰਦਾ ਫਰਮਾਨਾ, ਠੀਕ ਹੈ। ਅਗਰ ਮੇਰੇ ਕੋਲ ਕੋਈ ਗਲਤੀ ਕੁਤਾਹੀ ਹੋਈ ਹੈ ਜਾਂ ਕਾਰੀ ਸਾਹਿਬ ਕੋ ਹੋਈ ਹੈ ਤੇ ਮੈਂ ਸੈਪਰੇਟਲੀ ਉਹਨਾਂ ਨੂੰ ਦੱਸਣਾ, ਹੁਕਮ ਇਹ ਹੀ ਹੈ। ਤੇ ਤਿੰਨਾਂ 'ਚ ਕਿਉਂ ਦੱਸ ਰਿਹਾ ਕਿ ਅਸਲ 'ਚ ਅਸੀਂ ਤਿੰਨ ਬੰਦੇ ਵਾਕਫ ਸਾਂ ਕਿ ਉਸ ਦੇ ਉੱਤੇ ਕੁਰਾਨ ਮਜੀਦ ਦੀ ਆਇਤ ਮੁਬਾਰਕਾ ਲਿਖੀ ਸੀ, ਤੇ ਕਾਰੀ ਸਾਹਿਬ ਨੇ ਜਿਹੜਾ ਨਾ ਉਹਦੇ ਨਾਲ ਇਹ ਹਰਕਤ ਇਹਨਾਂ ਕੋਲ ਸਰਜ਼ਦ ਹੋਈ। ਮੈਂ ਸਰਜ਼ਦ ਦਾ ਇਸਤੇਮਾਲ ਕਰਨ ਡਿਆ ਲਫ਼ਜ਼, ਮੈਂ ਇਹਨਾਂ ਨੂੰ ਇਹ ਵੀ ਨਹੀਂ ਕਹਿ ਰਿਹਾ ਕਿ ਤੁਸੀਂ ਕਮਿਟ ਕਰ ਰਹੇ ਹੋ। ਅੱਛਾ ਦੋਵਾਂ ਚੀਜ਼ਾਂ 'ਚ ਫਰਕ ਹੈ ਕਾਰੀ ਸਾਹਿਬ। ਸਰਜ਼ਦ ਦਾ ਮਤਲਬ ਇਹ ਹੁੰਦਾ ਕਿ ਯਾਰ ਇਹ ਅਨਇੰਟੈਂਸ਼ਨਲੀ ਹੋ ਗਈ। ਮੈਂ ਇਹ ਸਰਜ਼ਦ ਜਦੋਂ ਕਹਿੰਦਾ ਨਾ ਲਫ਼ਜ਼, ਇਹ ਅਨਇੰਟੈਂਸ਼ਨਲੀ ਹੈ। ਤੇ ਮੈਂ ਇਹ ਕਹਿਣ ਡਿਆ, ਮੈਂ ਇਹ ਕਹਿਣਾ ਪੇਜ ਉੱਥੇ ਪਏ ਹੁੰਦੇ ਨੇ, ਅਗਰ ਕਹਿਣਾ ਕਿ ਕਾਰੀ ਸਾਹਿਬ ਕੋ ਹੋ ਗਿਆ, ਮੈਂ ਕਰਨਾ ਵਾ ਅੱਜ ਤੱਕ, ਮੈਂ ਕਹਿਣਾ ਕਿ ਕਾਰੀ ਸਾਹਿਬ ਕੋ ਇਹ ਹੋ ਗਿਆ। ਤੇ ਮੈਂ ਕਿਹਾ ਵੀ ਮੈਂ ਉਹਨਾਂ ਨੂੰ ਸੈਪਰੇਟਲੀ ਇਹ ਗੱਲ ਦੱਸਣੀ ਹੈ ਤਾਂ ਕਿ ਇਹ ਅੱਜ ਮੈਂ ਪਰਦਾ ਰੱਖਣਾ, ਕੱਲ੍ਹ ਅੱਲਾ ਦੀ ਜ਼ਾਤ ਰੱਖੇ। ਜਦ ਕਿ ਹੁੰਦਾ ਇਹ ਹੈ ਸਰ ਕਿ ਜਦੋਂ ਕੋਈ ਤੋਹੀਨੇ ਕੁਰਾਨ ਦਾ ਮੁਰਤਕਿਬ ਹੁੰਦਾ, ਅਸੀਂ ਸਾਰੇ ਡੰਡੇ ਸੋਟੇ ਲੈ ਕੇ ਉਹਦੇ ਉੱਤੇ ਚੜ੍ਹ ਜਾਂਦੇ, ਮਾਰ ਦਿਓ, ਕਰ ਲਓ। ਤੇ ਜੇ ਇੱਕ ਆਲਮ ਇਸ ਚੀਜ਼ ਦਾ ਮੁਰਤਕਿਬ ਹੋਏ ਤਾਂ ਉਹਦੇ ਲਈ ਇਹ ਰਵਾ ਨਹੀਂ, ਮੁਨਾਸਿਬ ਨਹੀਂ। ਇੰਟੈਂਸ਼ਨਲੀ ਵੀ ਹੋਵੇ ਜਾਂ ਨਹੀਂ। ਇਹ ਕੁਰਾਨ ਪਾਕ ਅਦਬ ਇਹਤਰਾਮ, ਜ਼ਾਹਰੀ ਅਦਬ ਇਹਤਰਾਮ ਹੈ, ਉੱਚੀ ਜਗ੍ਹਾ ਰੱਖਣਾ, ਪਾਕ ਜਗ੍ਹਾ 'ਤੇ ਪੱਕੀਦਾ। ਸਰ ਜੀ ਇਹ ਪਤਾ ਕੀ ਹੈ ਬੇਸਿਕਲੀ ਨਾ, ਇਹ ਦੇਖੋ ਗੱਲ ਸੁਣੋ, ਹੁੰਦਾ ਇਹ ਹੈ ਕਿ ਇਸ ਚੀਜ਼ ਤੋਂ ਤੇ ਮੈਨੂੰ ਇਹ ਲੱਗਾ, ਮੈਂ ਇਹਨੂੰ ਕਿਹਾ, ਮੈਂ ਕਿਹਾ ਵੀ ਕਾਰੀ ਸਾਹਿਬ ਕੋਲ ਇਹਨਾਂ ਨੇ ਨਾ ਤੇ ਅੱਲਾ ਦੇ ਆਪਣਾ ਉਸ ਕੁਰਾਨ ਮਜੀਦ ਦਾ ਇਹਤਰਾਮ ਕੀਤਾ, ਨਹੀਂ ਕੀਤਾ, ਕਿਉਂਕਿ ਅੱਲਾ ਦਾ ਕਲਾਮ ਸੀਗਾ, ਇਹਨਾਂ ਨੇ ਉਹਨੂੰ ਇਸ ਤਰ੍ਹਾਂ ਥਰੋ ਕਰ ਦਿੱਤਾ, ਜਾਇਜ਼ ਨਹੀਂ ਸੀਗਾ। ਫਿਰ ਇਹਨਾਂ ਨੇ ਅੱਲਾ ਦੇ ਕਲਾਮ ਨੂੰ ਆਪਣੀ ਮਰਜ਼ੀ ਨਾਲ ਇੰਟਰਪ੍ਰੈਟ ਵੀ ਕੀਤਾ, ਇਹ ਵੀ ਇਹਨਾਂ ਨੂੰ ਰਵਾ ਨਹੀਂ ਸੀ, ਜਾਇਜ਼ ਨਹੀਂ ਸੀ। ਇਹਨਾਂ ਨੇ ਲਫ਼ਜ਼ ਇੱਕ ਐਡ ਕੀਤਾ, ਨੂਰੇ ਹਦਾਇਤ ਕਿਉਂ ਕੀਤਾ? ਕਿਉਂਕਿ ਅੱਲਾ ਨੇ ਨਹੀਂ ਕੀਤਾ, ਲਿਹਾਜ਼ਾ ਤੁਸੀਂ ਵੀ ਨਹੀਂ ਕਰ ਸਕਦੇ। ਤੁਸੀਂ ਨੂਰੇ ਹਦਾਇਤ ਦਾ ਲਫ਼ਜ਼ ਇਸਤੇਮਾਲ ਕਰ ਰਹੇ ਨਾ, ਅਗਰ ਤੁਸੀਂ ਨੂਰ ਨਾਲ ਹਦਾਇਤ ਕੋਈ ਚੀਜ਼ ਨਾਲ, ਮੇਰੀ ਗੱਲ ਸੁਣੋ, ਕੁਰਾਨ ਮਜੀਦ ਦੀਆਂ ਬੇਸ਼ੁਮਾਰ ਐਸੀਆਂ ਆਇਤ ਹੈ, ਇੱਕ ਆਇਤ ਦੂਸਰੀ ਆਇਤ ਦੀ ਵਜ਼ਾਹਤ ਕਰ ਰਹੀ ਹੈ।
ਬਿਲਕੁਲ ਹੈ ਨਾ ਵਜ਼ਾਹਤ। ਅੱਛਾ ਪਤਾ ਕੀ ਮੈਂ ਹੈ ਆਪਣੇ ਸਰ, ਕੋਲ ਮੈਂ ਕੋਈ ਇਹ ਚੀਜ਼ ਐਸੀ ਨਹੀਂ ਇਹ ਨੂਰ ਨੂੰ ਗਈ ਨਾ ਮੈਨੂੰ ਇੱਕ ਹੋਰ ਇਹਦੇ ਤੇ ਇਤਰਾਜ਼ ਇਹ ਹੈ ਫਿਰ ਸਰ ਨੂਰ ਕਿ ਜਦ ਮੈਂ ਜਦੋਂ ਤੁਸੀਂ ਫਰਮਾਉਂਦੇ ਹੋ ਨਾ, ਸੁਣ ਲਓ ਮੇਰੀ ਮੇਰੀ ਗੱਲ। ਜਦੋਂ ਮੈਂ ਲਫ਼ਜ਼ ਬੋਲਿਆ ਨਾ ਨੂਰ ਹਦਾਇਤ ਦਾ, ਇਹਨੇ ਕਿਸੇ ਨੂੰ ਸ਼ੱਕੋ ਸ਼ੁਬਾ ਹੈ ਹੀ ਨਹੀਂ, ਸਭ ਦਾ ਇਤਫਾਕ। ਮੈਂ ਇਹ ਕਹਿਣਾ ਆਫਤਾਬ ਨਬੂਵਤ ਮੈਨੂੰ ਨਾ ਵਾਸ਼ਰੂਮ ਮਿਸਲੋ ਕੌਮ ਤੁਹਾਡੇ ਤੇ ਮੈਂ ਕੁਝ ਚੀਜ਼ਾਂ ਕਲੀਅਰ ਕਰਨਾ ਚਾਹੁੰਦਾ ਤੁਹਾਡੇ ਨਾਲ, ਉਹ ਤੁਸੀਂ ਸੁਣ ਲਓ ਜ਼ਰਾ। ਅਨਾ ਮਸ਼ਰੂਮ ਮਿਸਲੁਕੁਮ ਇਸ ਤੋਂ ਨਬੀ ਪਾਕ ਸੱਲੱਲਾਹੁ ਅਲੈहि ਵਸੱਲਮ ਅੱਲਾ ਨੇ ਕਿਹਾ ਕਿ ਤੁਸੀਂ ਫਰਮਾਓ ਕਿ ਕਹਿ दीजिए ਉਹਨਾਂ ਦੇ ਹੁਕਮ ਨਾਲ ਅੱਲਾ ਨੇ ਕਿਹਾ ਆਪ ਕਹਿ ਦੇं ਕਿ ਮੈਂ ਆਪ ਦੀ ਤਰ੍ਹਾਂ ਬੰਦਾ ਕਿਉਂ ਸਨ, ਕਿਉਂਕਿ ਜ਼ਮੀਨ ਤੇ ਬੰਦੇ ਸਨ, ਬੰਦਿਆਂ 'ਚ ਬੰਦਾ ਹੀ ਜੱਚਦਾ ਸੀ, ਫਰਿਸ਼ਤਾ ਆ ਨਹੀਂ ਸੀ ਸਕਦਾ। ਫਰਿਸ਼ਤਾ ਜਿਹੜਾ ਫਰਿਸ਼ਤਿਆਂ ਨਾਲੋਂ ਤਾਂ ਅੱਲਾ ਨੇ ਇਨਸਾਨ ਨੂੰ ਅਫਜ਼ਲ ਬਣਾਇਆ ਔਰ ਆਪ ਨੂੰ ਅਸ਼ਰਫੁਲ ਮਖਲੂਕਾਤ ਇਨਸਾਨ ਨੂੰ ਡਿਕਲੇਅਰ ਕੀਤਾ ਤੇ ਉਹ ਸਾਰਿਆਂ ਤੋਂ ਅਫਜ਼ਲ ਉਹਨਾਂ ਨੂੰ ਕਰਾਰ ਦਿੱਤਾ। ਜ਼ਮੀਨ ਤੇ ਚੂੰਕਿ ਇਨਸਾਨ ਸਨ ਸਰ, ਇਨਸਾਨ ਹੀ ਆਉਣਾ ਸੀ, ਇਨਸਾਨ ਨੇ ਹੀ ਇਹ ਸਾਰੇ ਕੰਮ ਕਰਨੇ ਸਨ ਤਾਂ ਕਿ ਇਨਸਾਨਾਂ ਨੂੰ ਇਨਸਾਨਾਂ ਵਰਗਾ ਲੱਗੇ ਤੇ ਉਹਨਾਂ ਨੂੰ ਉਹਦੇ ਤੋਂ ਹੈਬਤ ਖੌਫ ਨਾ ਆਏ। ਮੈਨੂੰ ਕੋਈ ਇਤਰਾਜ਼ ਨਹੀਂ ਆਪ ਦੇ ਬਸ਼ਰ ਹੋਣ 'ਤੇ, ਬਸ਼ਰ ਬਿਲਕੁਲ ਸਾਨੂੰ ਠੀਕ ਹੈ। ਔਰ ਅੱਲਾਹ ਪਾਕ ਨੇ ਫਰਮਾਇਆ ਕਿ ਤੁਸੀਂ ਕਹਿ ਦਿਓ ਕਿ ਮੈਂ ਬਸ਼ਰ ਹਾਂ। ਅੱਲਾਹ ਨੇ ਜਦੋਂ ਕਹਿ ਦਿੱਤਾ ਤੇ ਫਿਰ ਮੈਂ ਤੁਸੀਂ ਕੌਣ ਹੁੰਦੇ ਉਹਨਾਂ ਨੂੰ ਬਸ਼ਰ ਤੋਂ ਹਟ ਕੇ ਕੁਛ ਕਹਿਣ ਵਾਲੇ। ਲੇਕਿਨ ਅੱਲਾਹ ਪਾਕ ਇੱਥੇ ਫਰਮਾਣ ਡੇ ਹੈ ਕਿ ਇਹ ਨੂਰ ਨੇ, ਐਸ ਆਇਤ ਤੇ ਲੈਣ ਉਹਨਾਂ ਨੂੰ ਨੂਰ ਡਿਕਲੇਅਰ ਕੀਤਾ। ਉੱਥੇ ਉਹਨਾਂ ਕੋਲੇ ਮੂੰਹ ਖੁਆਇਆ ਕਿ ਤੁਸੀਂ ਅਨਾ ਬਾਸ਼ਰੋ ਮਿਸਲੁਕੁਮ ਕਹੋ। ਨਹੀਂ ਉੱਥੇ ਬਾਅਦ ਕਦੋਂ ਲਿਖਿਆ ਗਿਆ ਨਬੀ ਸੱਲਮ ਨੂਰ ਨੇ? ਤੁਸੀਂ ਕਹਿ ਰਹੇ ਹੋ ਨਾ ਸਰ ਜੀ, ਤੁਸੀਂ ਕਹਿ ਰਹੇ ਹੋ ਨਾ ਸਰ ਜੀ ਇੰਜ ਨਾ ਕਰੋ। ਕੁਰਾਨ ਮਜੀਦ ਦੀ ਵਜ੍ਹਾ ਨਹੀਂ ਹਦਾਇਤ ਕਹਿੰਦੇ ਹੋ ਨਾ ਤੇ ਉਹੀ ਤੁਸੀਂ ਸ਼ਖਸੀਅਤ ਤੇ ਨਬੀ ਪਾਕ ਸੱਲੱਲਾਹੁ ਅਲੈहि ਵਸੱਲਮ ਦੀ ਮੁਰਾਦ ਆ ਜਾਂ ਇਹਦੇ ਤੋਂ ਹਟ ਕੇ ਉਹੀ ਤਾਂ ਮਸਲਾ ਤਾਂ ਉਹੀ ਹੈ। ਮੈਨੂੰ ਤੁਸੀਂ ਕਹਿ ਨੂਰ ਹਦਾਇਤ ਤੁਸੀਂ ਜਾਂ ਤੋਂ ਸੀ ਕਿ ਨਹੀਂ ਨੂਰ, ਮੈਂ ਕਦੋਂ ਕਹਿੰਦਾ ਨੂਰ ਨਹੀਂ? ਹਾਂ ਅੱਲਾ ਫਿਰ ਤੁਹਾਡੇ ਕੋਲ ਨੂਰ ਆਇਆ, ਕਿਤਾਬ ਮੁਬੀਨ ਆਈ। ਨਾ ਵਾਸ਼ਰੂਮ ਮਿਸਲੁਕੁਮ ਜਿਹੜਾ ਨਾ ਉਹਦੇ ਨਾਲ ਚੀਜ਼ਾਂ ਨੂੰ ਕੁਛ ਉਹਨੂੰ ਮਤਲਬ ਕੰਮ ਕਰਨ ਦੀ ਕੋਸ਼ਿਸ਼ ਨਜ਼ਰ ਆਉਂਦੀ, ਜਿਹਨੂੰ ਤਫਰੀਕ ਕਹਿੰਦੇ ਨੇ। ਅੱਲਾਹ ਪਾਕ ਦੇ ਰਸੂਲ ਨੂੰ ਅੱਲਾਹ ਤੁਹਾਡੇ ਕੋਲ ਕੀ ਅਥਾਰਟੀ ਤੁਸੀਂ ਕਹਿੰਦੇ ਦੇਖੋ ਇਸ ਨੂਰ ਦਾ ਮੁਰਾਦ ਅੱਲਾਹ ਰਸੂਲ ਮੈਂ ਦੱਸ ਕੀ ਅਥਾਰਟੀ ਕੀ ਦਲੀਲ ਹੈ? ਸੁਣੋ ਅੱਲਾਹ ਨੇ ਕੁਰਾਨ 'ਚ ਕਿਹਾ ਸਰ, ਨਹੀਂ ਕਿੱਥੇ ਲਿਖਿਆ ਹੋਇਆ ਆ ਜਿਹੜਾ यही है नूर आया तुम्हारा किताब पे रोशन आई, यही है ना किताब मुबीन आई नूर आया। ਤੁਸੀਂ ਕਿਹਨੂੰ ਡਿਕਲੇਅਰ ਕੀਤਾ ਆਪਣੀ ਗੱਲ 'ਚ ਨੂਰੇ ਹਦਾਇਤ? ਨੂਰੇ ਹਦਾਇਤ ਕੌਣ ਹੈ? मैं ਮੰਬਾ ਮਰਕਜ਼ ਕੌਣ ਹੈ? हाँ ਮੰਬਾ ਮਰਕਜ਼ ਨੂਰੇ मंबा मरकज में दसा रहा किताब नबी नबी में दसेगा ਨਬੀ ਪਾਕ ਸੱਲੱਲਾਹੁ ਅਲੈहि ਵਸੱਲਮ मैं दसा कुरान में नशा वजाहत की थी ਮੈਂ ਇਹੀ ਕਹਿਣ ਡਿਆ ਕਿ ਇਹ ਮੈਂ ਨਹੀਂ ਕਿਹਾ, ਅੱਲਾਹ ਪਾਕ ਨੇ ਇਹ ਸਾਇਦ ਕਿਹਾ। ਅਨਾ जब मैं माना किया मैं कोलो माना नहीं किया हैगा ਸਰ ਮੈਂ ਤੁਹਾਨੂੰ ਇਹ ਕਹਿਣ ਡਿਆ ਕਿ ਜਿਹੜੇ ਅਲਫਾਜ਼ ਨੇ ਉਹ मैं तो उस चीज़ की वजाहत की थी। ये असल जो मुआशरे जो मसला चल रहा है, मसला जो चल रहा है ना, मसला ये चल रहा है कि कुछ नज़रियात लोगों के ऐ है जिन मैं वजाहत थोड़ी देर हल्की फुल्की की थी, ठीक है। ਪਤਾ ਕੀ ਕਹਿ ਰਹੇ उनकी वजाहत वास्ते जो ਹਾਂ उनकी वजाहत वास्ते मैं दूसरी आयत अपना ਉਹ ਜਿਹੜੀ ਸਰ ਮੈਂ ਦੱਸਣਾ ਸਮਝਾਈ ਬਾਤ। ਇਹਦੇ ਵਿੱਚ ਪਤਾ ਕੀ ਹੈ, ਉਹ ਹੈ ਬਿਲਕੁਲ ਉਹੀ ਨੇ ਜੋ ਤੁਸੀਂ ਫਰਮਾਣ ਦੇ, ਕਿਉਂਕਿ ਅੱਲਾਹ ਨੇ ਫਰਮਾਇਆ ਇਸ ਤੋਂ ਉਹਦੇ ਤੋਂ ਤਾਂ ਇਨਕਾਰ ਹੀ ਮੁਮਕਿਨ ਨਹੀਂ। ਲੇਕਿਨ ਉਹਨਾਂ ਨੇ ਉਸੇ ਆਇਤ ਮੁਬਾਰਕਾ 'ਚ ਅੱਲਾਹ ਦੇ सूरह फतह सुनाया। ਅੱਲਾਹ ਦੇ ਰਸੂਲ ਨੂੰ ਅੱਲਾਹ ਨੇ ਇਹ ਵੀ ਕਿਹਾ, ਉਸੇ ਆਇਤ 'ਚ ਅੱਲਾਹ ਦੇ ਰਸੂਲ ਨੂੰ ਅੱਲਾਹ ਨੇ ਇਹ ਵੀ ਕਿਹਾ ਕਿ ਤੁਸੀਂ ਕਹੋ ਕਿ ਮੇਰੇ ਤੇ ਵਹੀ ਹੁੰਦੀ ਹੈ ਤੇ ਮੈਂ ਵੈਸੇ ਹੈ ਤੁਹਾਡੇ ਵਰਗਾ ਹੀ ਹਾਂ। ਇਹ ਹੀ ਹੈ ਨਾ, ਵਹੀ ਅੱਲਾਹ ਦੇ ਰਸੂਲ ਨੂੰ ਹੁੰਦੀ ਹੈ ਤੇ ਉਹ ਮੁਮਤਾਜ਼ ਨੇ, ਉਹ ਆਮ ਬੰਦਿਆਂ ਵਾਂਗੂ ਨਹੀਂ ਨੇ, सैयदुल बशर ਤੁਸੀਂ ਨਹੀਂ ਕਹਿ ਸਕਦੇ। ਅੱਛਾ, ਉਸ ਤੋਂ ਇਲਾਵਾ ਅੱਲਾਹ ਨੇ ਉਹਨਾਂ ਨੂੰ ਹੋਰ ਮੁਮਤਾਜ਼ ਕਿੰਜ ਕੀਤਾ? ਵਾਕਿਆ ਮਿਰਾਜ 'ਚ ਅੱਲਾਹ ਨੇ ਉਹਨਾਂ ਨੂੰ ਆਪਣੇ ਕੁਰਬ ਖਾਸ 'ਚ ਬੁਲਾਇਆ, ਠੀਕ ਹੈ। ਉਹਨਾਂ ਨੂੰ ਅੱਲਾਹ ਨੇ ਮਤਲਬ ਇਹ ਇੱਕ ਸ਼ਰਫ ਬਖਸ਼ਿਆ, ਠੀਕ ਹੈ। ਉਸ ਤੋਂ ਇਲਾਵਾ ਅੱਲਾਹ ਨੇ ਉਹਨਾਂ ਨੂੰ ਨਬੂਵਤ ਨਾਲ ਸਰਫਰਾਜ਼ ਕੀਤਾ, ਉਹਨਾਂ ਤੇ ਜਨਾਬ ਅੱਲਾਹ ਨੇ ਕਲਾਮ ਉਤਾਰਿਆ। ਅੱਲਾਹ ਪਾਕ ਨੇ ਕਿਹੜੀ ਐਸੀ ਖੂਬੀ ਹੈ ਜਿਹੜੀ ਅੱਲਾਹ ਨੇ ਉਹਨਾਂ ਨੂੰ ਨਹੀਂ ਦਿੱਤੀ। ਇਸ ਤੋਂ ਉਹਨਾਂ ਨੂੰ ਆਮ ਬਸ਼ਰ ਤੇ ਦਲੀਲ ਕਰਨਾ ਜਿਹੜਾ ਇਹ ਮੁਨਾਸਬ ਨਹੀਂ, ਕਿਉਂਕਿ ਉਹ ਬਸ਼ਰ ਜਿਹੜਾ ਹੈ ਉਹਦੇ ਤੇ ਨਾ ਤੇ ਵਹੀ ਆਉਂਦੀ ਹੈ, ਨਾ ਉਹਨੂੰ ਮਿਰਾਜ ਹੋਇਆ, ਨਾ ਅੱਲਾਹ ਨੇ ਇੰਨਾ ਕਰੀਬ ਬੁਲਾਇਆ ਕਿ ਜਿੱਥੇ ਫਰਿਸ਼ਤੇ ਨੂਰ ਜਾ ਕੇ ਰੁਕ ਗਏ ਨੇ ਉੱਥੇ ਅੱਲਾਹ ਨੇ ਉਹਨਾਂ ਨੂੰ ਰਸਾਈ ਦਿੱਤੀ ਹੈ। ਤੁਸੀਂ ਉਹਨੂੰ ਆਮ ਜਿਵੇਂ ਅਕਰਮ ਸਾਹਿਬ ਆਮ ਕੌਣ ਕਹਿੰਦਾ? ਕੋਈ ਵੀ ਨਹੀਂ ਕਹਿੰਦਾ ਇਹਦਾ, ਠੀਕ ਹੈ। ਕੋਈ ਵੀ ਨਹੀਂ ਕਹਿੰਦਾਗਾ। ਤੁਸੀਂ ਉਹ ਤਸੱਵੁਰ ਵੀ ਨਹੀਂ ਕਰ ਸਕਦਾ ਮੁਹਤਰਮ। ਤੇ ਇਹਦਾ ਮਤਲਬ ਇਹ ਹੈ ਕਿ ਐਕਚੁਅਲੀ ਤਫਰੀਦ ਦੇ ਮੁਰਤਕਬ ਹੋ ਰਹੇ ਆ, ਤੁਸੀਂ ਉਹਨਾਂ ਦੇ ਮਕਾਮ ਮਰਤਬੇ ਨੂੰ ਡਾਊਨਗ੍ਰੇਡ ਕਰ ਰਹੇ ਆ। नबी करीम सल्लल्लाहु अलैहि वसल्लम इंसानियत वाल से हदायत का जरिए बन के इंसानियत की तारीफ इंसानियत तज़किरा किमें होना है? हाँ जी, मैं ये ਤੁਹਾਡੀ ਖੁਸ਼ੀ ਗਮੀ ਦਾ ਜਾਂ ਮੇਰੀ ਖੁਸ਼ੀ ਗਮੀ ਦਾ ਕਿਸ ਤਰ੍ਹਾਂ ਪਤਾ? ਜੋ ਆਪ ਪ੍ਰੈਕਟਿਕਲ ਕਰਕੇ ਦਿਖਾਇਆ। ਸਲਮਾਨੀ ਨੇ ਜਿਹੜਾ ਬੰਦਾ ਅੱਲਾਹ ਦੇ ਨਬੀ ਨੂੰ ਖੁਦ
ਆਮ ਇਨਸਾਨ ਸਮਝਦਾ मैं हाँ असल तसव्वुर ही नहीं है। असल इशू लेकिन आपके तो क्या इंसान भी जो मुमताज ने मैं हाँ मैं यही कहने और ऐसे मुमताज अल्लाह तो बाद मुकाम आपको ਗੱਲ ਇਹ ਹੈ ਕਾਰੀ ਸਾਹਿਬ ਕਿ ਜਿਹੜਾ ਸਵਾਲ देखो इंसानां दी फलाह वास्ते आप आए सन इंसानां दी खुशी गमी उनका मामला जिंदगी में कौन समझाएगा ਫਿਰ ਵੀ वल्लाह दे पैगंबर नमूना बन ਫਿਰ गया ਉਹ ਵੀ ਨਾਲ ਹੀ ਫਰਕ ਹੈ ਐਦਾਂ ਵੀ ਤੁਸੀਂ ਦੱਸਦੇ ਕਿ ਆਮ ਬੰਦੇ ਤੇ ਵਹੀ ਨਹੀਂ ਹੁੰਦੀ ਅੱਲਾਹ ਨਬੀ ਤੇ ਵਹੀ ਹੁੰਦੀ ਅਗਰ ਖਾਸ ਹੋਏ ਨਾ वही दी बेइज्जती अल्लाह ताला मुमताज ਫਿਰ ਕੌਣ ਗਿਆ ਮੈਂ ਇਹ ਕਹਿਣਾ ਕਿ ਜਿਹੜਾ ਇਹਨਾਂ ਚੀਜ਼ਾਂ ਨੂੰ ਰਿਲੇਟ ਕਰ ਰਹੇ ਨਾ ਜਿਹੜੀ ਚੀਜ਼ ਨੂੰ ਰਿਲੇਟ ਕਰ ਰਹੇ ਨਾ ਇਹ ਵੀ ਨਹੀਂ ਠੀਕ ਕਿ ਤੁਸੀਂ ਆਇਤ ਮੁਬਾਰਕਾ ਤੇ ਅਸੀਂ ਸੂਰਾ ਅਲ ਮਾਇਦਾ ਦੀ 14 ਜਾਂ 15 ਦੀ ਗੱਲ ਕਰਨ ਦੇ ਅਨਾ ਬਸ਼ਰ ਮਿਸਲੂ ਤਮ ਤੱਕ ਗੱਲ ਨਹੀਂ दलील ਜਾਣੀ होंदी ਚਾਹੀਦੀ। होर की है ਨਹੀਂ ਜਾਣੀ ਚਾਹੀਦੀ क्यों नहीं देनी चाहिए ਸਰ ਜੀ ਉਹ ਇਸ ਤੋਂ ਨਹੀਂ ਮੁਹਤਰਮ ਅਕੀਦਾ ਹੈ ਲੋਕਾਂ ਦੇ ਨਜ਼ਰੀਆਤ ਨੇ ਕਿ ਨੂਰ ਮਿਨ ਨੂਰਿल्ला ਇਸ ਤੇ ਤੁਸੀਂ ਸ਼ਾਇਦ ਨੂੰ ਇਹ ਅਕੀਦਾ ਹੈਗਾ ਤੁਸੀਂ ਸ਼ਾਇਦ ਇਸ ਚੀਜ਼ ਨੂੰ ਪੜ੍ਹਿਆ ਨਹੀਂ ਹੈਗਾ ਜਾਂ ਤੁਸੀਂ ਸੁਣਿਆ ਨਹੀਂ ਹੈਗਾ ਸਮਝੇ ਇਹ ਨਜ਼ਰੀਆਤ ਮੇਰੀ ਗੱਲ ਸੁਣੋ ਇਹ ਨਜ਼ਰੀਆਤ ਨੇ ਲੋਕਾਂ ਦੇ ਬਕਾਇਦਾ ਇਸ ਤੇ ਨਜ਼ਰੀਆਤ ਨੇ ਤੇ ਉਹਦੇ ਕਿਤਾਬਾਂ ਲਿਖੀਆਂ ਗਈਆਂ ਨੇ ਸਮਝੇ ਮੇਰੀ ਗੱਲ ਹਾਂ ਉਸ ਚੀਜ਼ ਦੀ ਵਜ਼ਾਹਤ ਦੀ ਤੁਸੀਂ ਉਸ ਚੀਜ਼ ਨੂੰ ਪਿੱਛੇ ਨਾ ਜਾਓ ਇਸ ਚੀਜ਼ ਆ ਹੈ ਹੀ ਇਹ ਝਗੜਾ ਸਿਰਫ बहस का जो भी उनका बस चीज ये है ऐसे नूर ਮੇਰੀ ਗੱਲ ਸੁਣੋ ਸਰ ਜੀ ਇਹਨੂੰ ਕੋਈ ਵੀ ਨਹੀਂ ਮੰਨਣ ਨੂੰ ਤਿਆਰ ਹੈਗਾ ਕਿਉਂਕਿ ਅੱਲਾਹ ਤਾਲਾ ਨੇ ਲਮ ਯਲਦ ਵਲਮ ਯੂਲਦ ਮੈਨੂੰ ਨਹੀਂ ਪਤਾ ਨੂਰ ਮੇ ਨੂਰ ਅੱਲਾ ਦੀ ਤੇ ਮੈਂ ਗੱਲ ਹੀ ਨਹੀਂ ਕਰਦਾ ਮੈਂ ਕਹਿਣ ਡਿਆ ਕਿ ਇਹ ਜੋ ਨੂਰ ਲਫ਼ਜ਼ ਜਿਹੜਾ ਨੂਰ ਹੈ ਨਾ ਜੋ ਤੁਸੀਂ ਬੋਲ ਰਹੇ ਹੋ ਇਸ ਨੂਰ ਦੇ ਉੱਤੇ ਕਿਤਾਬਾਂ ਨੇ ਬਹਿਸ ਮਬਾਸੇ ਨੇ ਇਸ ਲਫ਼ਜ਼ ਦੇ ਉੱਤੇ ਜਿਹੜਾ ਤੁਸੀਂ ਆਇਤ ਪੜ੍ਹ ਰਹੇ ਹੋ ਅਬ ਜਾ ਕੇ ਨੰਦਾ ਸਰ ਜੀ ਮੈਨੂੰ ਰਸਾਦਾ ਜੀ ਸਮਝ ਆਉਣ ਡਈ ਹੈ ਕਿ ਅੱਲਾ ਨੇ ਆਖਿਆ ਕਿ ਤੁਹਾਡੀ ਤਰਫ ਮੈਂ ਨੂਰ ਭੇਜਿਆ ਤੇ ਕਿਤਾਬੇ ਰੋਸ਼ਨ ਭੇਜੀ ਠੀਕ ਹੈ ਨੂਰ ਦਾ ਮੁਰਾਦ ਤੁਸੀਂ ਜੋ ਵੀ ਲਓ ਨਾ ਜੋ ਵੀ ਲਓ ਇਹ ਜਾਂਦਾ ਰਸੂਲullah ਸੱਲੱਲਾਹੁ ਅਲੈਹਿ ਵਸੱਲਮ ਕੌਣ ਤੇ ਨੂਰ ਹਦਾਇਤ ਇਸ ਜ਼ਮਾਨੇ ਦੇ ਮੈਂ ਇਹ ਕਹਿੰਦਾ ਕਿ ਅੱਲਾ ਨੇ ਉਹਨਾਂ ਨੂੰ ਆਫਤਾਬ ਨਬੂਵਤ ਮੰਨਨੇ ਸਿਰਾਜ ਮੁਨੀਰ ਆਪ ਨੂੰ ਸਾਹਮਣੇ ਆਪਣਾ ਚਮਕਦਾ ਸੂਰਜ ਚਰਾਗ ਵੀ ਕਿਹਾ ਗਿਆ ਨੂਰ ਡਿਕਲੇਅਰ ਕਰਤਾ ਐਸ ਆਇਤ ਚ ਇਹ ਮਸਲਾ ਕੀ ਮੈਂ ਇਹ ਕਹਿਣ ਡਿਆ ਜਿਹੜਾ ਮਸਲਾ ਨਹੀਂ ਸਾਹਿਬ ਦਾ ਨੂਰ ਦੇਖੋ ਇਹ ਨੂਰ ਨੂੰ ਮੇਰੀ ਗੱਲ ਸੁਣੋ ਇੱਕ ਨੂਰ ਹੈ ਮਖਲੂਕ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਫਰਿਸ਼ਤਿਆਂ ਦਾ ਜਿਹੜਾ ਜਿਸ ਨੂਰ ਜੋ ਪੈਦਾ ਹੋਇਆ ਫਰਿਸ਼ਤੇ ਨੇ ਉਹ ਮਖਲੂਕ ਹੈ ਕਿ ਨਹੀਂ ਮਖਲੂਕ ਹੈ ਮੈਨੂੰ ਉਹਦੇ ਉਹ ਮਖਲੂਕ ਚ ਇਨਕਾਰ ਨਹੀਂ ਮਖਲੂਕ ਹੈ ਨਾ ਮੈਨੂੰ ਇਹਦੇ ਤੇ ਲੇਕਿਨ ਅੱਲਾ ਦੇ ਰਸੂਲullah ਰਸੂਲ ਦੇ ਵੀ ਮਖਲੂਕ ਹੋਣ ਤੇ ਇਨਕਾਰ ਨਹੀਂ ਕਿੰਨਾ ਕੀ ਮਖਲੂਕ ਹੋਣ ਤੇ ਕੋਈ ਇਨਕਾਰ ਨਹੀਂ ਮਖਲੂਕ ਹੀ ਨੇ ਮੈਂ ਤੈਨੂੰ ਕਹਿਣ ਡਿਆ ਮਖਲੂਕ ਜੇ ਅੱਲਾਹ ਦਾ ਨੂਰ ਹੈ ਜੇ ਅੱਲਾਹ ਦਾ ਨੂਰ ਹੈ ਮੇਰੀ ਗੱਲ ਸੁਣ ਜੇ ਅੱਲਾਹ ਦਾ ਨੂਰ ਮਖਲੂਕ ਨਹੀਂ ਹੈ ਸਰ ਜੀ ਹਾਂ ਅੱਲਾਹ ਦਾ ਨੂਰ ਮਖਲੂਕ ਨਹੀਂ ਹੋ ਸਕਦਾ ਅੱਲਾਹ ਮਿਆਲੇ ਵਾਲਾ ਮਖਲੂਕ ਹਾਂ ਮੈਂ ਇਹ ਗੱਲ ਖਤਮ ਹੋ ਗਈ ਨਾ ਨਾ ਚੁੱਪ ਕਰ ਜਾ ਅਜੇ ਮੇਰੀ ਗੱਲ ਨਹੀਂ ਸਮਝੋ ਸਰ ਜੀ ਮੈਂ ਇਹ ਕਹਿਣ ਡਿਆ ਕਿ ਤੁਹਾਡੀ ਸਾਰੀ ਗੱਲ ਠੀਕ ਹੈ ਖਾਲਕ ਦੇ ਨਾਲ ਕੋਈ ਸ਼ੈ ਰਲ ਹੀ ਨਹੀਂ ਸਕਦੀ ਉਹਦਾ ਰਵਾਜ ਨਹੀਂ ਨਾ ਹਾਂ ਮੈਂ ਇਹ ਕਹਿਣ ਡਿਆ ਕਿ ਨੂਰ ਹੈ ਜਿਹੜਾ ਵੀ ਹੈ ਅੱਲਾ ਨੇ ਕੱਲਾ ਨੂਰ ਆਖਿਆ ਜੇ ਇਹਨੂੰ ਇਹਦੇ ਨਾਲ ਸੱਜੇ ਖੱਬੇ ਕੋਈ ਸ਼ੈ ਨਹੀਂ ਜੀ ਆਖਿਆ ਇਹ ਨੂਰ ਆਪ ਸੱਲੱਲਾਹੁ ਅਲੈਹਿ ਵਸੱਲਮ ਨੂੰ ਉਹਨਾਂ ਨੇ ਆਖਿਆ ਤੇ ਇਹਦੇ ਨਾਲ ਨਾ ਨੂਰ ਇਹ ਕਿਤਾਬੇ ਮੁਬੀਨ ਇਥੋਂ ਮੁਰਾਦ ਹੈ ਕਿਤਾਬੇ ਮੁਬੀਨ ਮੁਰਾਦ ਹੈ ਕੁਰਾਨ ਪਾਕ ਕਈ ਨਾਮ ਹੈ ਫਿਰ ਇੱਕ ਵਾਰੀ ਚੁੱਪ ਕਰ ਦਿਓ ਸਰ ਇੱਕ ਮਿੰਟ ਕਿਤਾਬੇ ਮੁਬੀਨ ਨਹੀਂ ਮੁਰਾਦ ਕਿਉਂਕਿ ਕਿਤਾਬੇ ਮੁਬੀਨ ਦੀ ਵੱਖਰਾ ਲਫ਼ਜ਼ ਇਸਤੇਮਾਲ ਹੋ ਗਿਆ ਅੱਲਾ ਦੇ ਕਲਾਮ ਨੂੰ ਅਸੀਂ ਤੁਸੀਂ ਬਿਹਤਰ ਨਹੀਂ ਸਮਝ ਸਕਦੇ ਉਹ ਬਿਹਤਰ ਸਮਝਦਾ ਸੀ ਉਹਨੇ ਹਰ ਲਫ਼ਜ਼ ਬੜਾ ਚੁਣ ਕੇ ਉਹਨਾਂ ਨੇ ਆਖਿਆ ਕਿ ਤੁਸੀਂ ਇੱਕ ਇਹਦੀ ਆਇਤ ਨਹੀਂ ਬਣਾ ਸਕਦੇ ਤੁਸੀਂ ਇੱਕ ਲਫ਼ਜ਼ ਤੁਸੀਂ ਇਹਦਾ ਤਖਲੀਕ ਨਹੀਂ ਕਰ ਸਕਦੇ ਇਸ ਤੋਂ ਉਹਨੇ ਜਿਹੜਾ ਕਹਿ ਦਿੱਤਾ ਉਹ ਹਰਫੇ ਆਖਰ ਆ ਕਿਉਂ ਔਕਾਜ਼ ਦੇ ਮੇਲੇ 'ਚ ਜਦੋਂ ਇਹਨਾਂ ਨੇ ਇੰਨਾ ਤੇ ਇਹਨਾਂ ਕੱਲ ਕੌਸਰ ਫਸਲ ਲੈ ਰੱਬੇ ਕਾ ਬਨ ਹਰ ਇੰਨਾ ਚਾਲਕ ਨਬਤਰ ਲਾਈ ਤੇ ਅਗਲੇ ਚੌਥਾ ਉਹਨਾਂ ਨੇ ਇੱਕ ਮਿਸਰਾ ਬਣਾਉਣਾ ਕਿਹਾ ਮਾ ਹੁਵਾ ਕਲਾਮੁਲ ਬਸ਼ਰ ਇਹ ਬਸ਼ਰ ਦਾ ਕਲਾਮ ਨਹੀਂ ਯਾਨੀ ਇਹ ਕਲਾਮ ਦੇ ਹੋਣ ਦੇ ਹਵਾਲੇ ਨਾਲ ਇਹ ਮੁਕੰਮਲ ਹੈ ਜਾਮੇ ਹੈ ਬਿਹਤਰੀਨ ਹੈ ਇਹਦੇ 'ਚ ਨਾ ਤੇ ਕੋਈ ਲਫ਼ਜ਼ ਐਡ ਹੋ ਸਕਦਾ ਨਾ ਕਮ ਹੋ ਸਕਦਾ ਜਿੰਨੇ ਵੀ ਸ਼ੇਰ ਦੇ ਔਜ਼ਾਨ ਜੇ ਉਹ ਸਾਰਾ ਕੁਝ ਹੁੰਦੇ ਨੇ ਉਹ ਇਹਦੇ 'ਚ ਮੌਜੂਦ ਨੇ ਤੁਸੀਂ ਆਪਣੇ ਹਿਸਾਬ ਨਾਲ ਇਹਦੇ 'ਚ ਕੁਝ ਐਡ ਤੇ ਡਿਲੀਟ ਨਾ ਕਰੋ ਮੇਰਾ ਮੌਕਫ ਇਹ ਹੈ ਕਿ ਅੱਲਾ ਨੇ ਜਿਹੜਾ ਕਾਰੀ ਸਾਹਿਬ ਪਤਾ ਕੀ ਇਹ ਹੋਰ ਬਹਿਸ ਨੂੰ ਲੈ ਟੁਰੇ ਨੇ ਮੈਂ ਉਧਰ ਜਾ ਹੀ ਨਹੀਂ ਰਿਹਾ ਮੈਂ ਤੇ ਕਹਿ ਹੀ ਨਹੀਂ ਰਿਹਾ ਕਿ ਨੂਰ ਅੱਲਾ ਦਾ ਮੰਨਿਆ ਜੀ ਨੂਰ ਚਲੋ ਜੀ ਮੰਨ ਗਿਆ ਨੂਰ ਮੇਰਾ ਚਲੋ ਜੀ ਬਕੌਲ ਤੁਹਾਡੇ ਨੂਰ ਨੇ ਅੰਦਾ ਦੱਸ ਕਿਹਾ ਗਿਆ ਨੂਰ ਨੇ ਠੀਕ ਹੈ ਜੀ ਮੰਨਿਆ ਜੀ ਕਿਹੜਾ ਨੂਰ ਨੇ ਦੱਸੋ ਸਰ ਜੀ ਇਹ ਮੈਂ ਇਹਨੂੰ ਕਿਹੜਾ ਕਿਉਂ ਲੈ ਕੇ ਜਾਵਾਂ ਨਹੀਂ ਵਜ੍ਹਾ ਇਹ ਹੈ ਕਿ ਮੈਨੂੰ ਨਹੀਂ ਲੈਣਾ ਚਾਹੀਦਾ ਅੱਛਾ ਮੈਂ ਅੱਲਾ ਤੋਂ ਜ਼ਿਆਦਾ ਜਾਣਦਾ ਅੱਲਾ ਨੇ ਜਦੋਂ ਨੂਰ ਦੇ ਉੱਤੇ ਗੱਲ ਮੁਕਾ ਦਿੱਤੀ ਸਰ ਜਦੋਂ ਅੱਲਾ ਕਿਤਾਬ ਨੂੰ ਅਰਬੀ ਬਈ ਕੁਰਾਨ ਪਾਕ ਬੰਦ ਕਰਕੇ ਰੱਖ ਨਾ ਸਮਝੀਏ ਇਸ ਨੂੰ ਨਹੀਂ ਤੇ ਉਹ ਜਿੰਨੇ ਮਜੀਦ ਦਾ ਤਫਾਸੀਰ ਜੋ ਤੁਹਾਨੂੰ ਸਮਝ ਆਉਂਦਾ ਪੜਿਆ ਨਾ ਸਾਡੀ ਨੂਰ ਤੋਂ ਤੁਹਾਨੂੰ ਜੋ ਸਮਝ ਆਉਂਦਾ ਨਾ ਤੁਸੀਂ ਉਹਨੂੰ ਉਹ ਸਮਝ ਲਓ ਲੇਕਿਨ ਉਹ ਨੂਰ ਆ ਕੁਰਾਨ ਮਜੀਦ ਦਾ ਮੈਂ ਇਹ ਕਹਿੰਦਾ ਮੈਂ ਆਪਣੇ ਕੋਲੋਂ ਕੁਝ ਨਹੀਂ ਬਕੌਲ ਤੁਹਾਡੇ ਕਿਉਂ ਨਹੀਂ ਕਹਿੰਦਾ ਕੁਰਾਨ ਮਜੀਦ ਤਰਜਮਾ ਨਹੀਂ ਹੋਣਾ ਚਾਹੀਦਾ ਮੈਂ ਸਰ ਸੁਣੋ ਮੈਂ ਦੱਸਦਾ ਨਹੀਂ ਕੁਰਾਨ ਪਾਕ ਤਰਜਮਾ ਫਿਰ ਨਹੀਂ ਹੋਣਾ ਚਾਹੀਦਾ ਮੈਂ ਕਹਿੰਦਾ ਤਰਜਮਾ ਹੋਵੇ ਨਾ ਅਫਰਾਦ ਕੀਤੀ ਜਾਏ ਨਾ ਤਫਰੀਦ ਕੀਤੀ ਜਾਏ ਮੈਂ ਕਹਿੰਦਾ ਤਰਜਮਾ ਹੋਵੇ ਨਾ ਅਫਰਾਦ ਕੀਤੀ ਜਾਏ ਨਾ ਤਫਰੀਦ ਕੀਤੀ ਸਰ ਜੀ ਮੈਂ ਨੂਰ ਦੀ ਵਜ਼ਾਹਤ ਤੁਸੀਂ ਨੂਰ ਲਿਖ ਲਓ ਉਹਨੂੰ ਨੂਰ ਹੀ ਲਿਖ ਲਓ ਅੱਲਾ ਨੇ ਜਦੋਂ
ਉਦੋਂ ਨੂਰ ਕਿਹਾ ਠੀਕ ਹੈ, ਕਿ ਜਿਵੇਂ ਕਈ ਆਇਤਾਂ ਨੇ ਕਲਾਲਾ ਦੀ ਅੱਜ ਤਾਈਂ ਕਿਸੇ ਨੇ ਨਹੀਂ ਉਹ ਤਰਜਮਾ ਕਰ ਸਕਿਆ, ਆਇਤ ਮੁਕੱਤਿਆਤ ਜਿਹੜੀਆਂ ਨੇ ਉਹਨਾਂ ਦੀ ਅੱਜ ਤਾਈਂ ਕਿਸੇ ਨੇ ਕੋਈ ਸਿਰਫ ਹਰੂਫ ਮੁਕੱਤਿਆਤ ਨੇ ਸਰ ਜੀ। ਇਹ ਕਲਾਲਾ ਜਿਹੜਾ ਨਾ ਇਹ ਵੀ ਇਹਦੇ ਬਾਰੇ ਮੁਕੱਤਿਆਤ ਦੇ ਬਾਰੇ ਜੇ ਹੈ ਨਾ ਉਹਨਾਂ ਬਾਰੇ ਅੱਲਾਹ ਵਾਲਮ ਸਰ ਜੀ ਇਹਦੇ 'ਚ ਕਿਉਂ ਨਹੀਂ ਮੁਰਾਦ ਅਸੀਂ ਲੈ ਸਕਦੇ, ਕਿਉਂਕਿ ਅਸੀਂ ਅੱਲਾਹ ਤੋਂ ਜ਼ਿਆਦਾ ਜਾਣਦੇ। ਜਦੋਂ ਅੱਲਾਹ ਪਾ ਕੇ ਲਫ਼ਜ਼ ਇਸਤੇਮਾਲ ਸਾਰੀ ਆ ਗਈ ਅੱਲਾਹ ਸਾਰੇ ਤਕਮੇ ਸਾਰੇ ਇਸ ਆ ਗਏ ਆਪਣਾ। ਸਰ ਜੀ ਮੈਂ ਕਹਿਣ ਡਿਆ ਕਿ ਇਹਦੇ ਵਿੱਚ ਜਿਹੜੇ ਵੀ ਬੰਦਿਆਂ ਨੇ ਜੋ ਵੀ ਕੀਤਾ ਨਾ, ਜਿਹੜਿਆਂ ਬੰਦਿਆਂ ਜੋ ਵੀ ਕੀਤਾ, ਜਾਂ ਕਿਸੇ ਨੇ ਅਫਰਾਤ ਕਰ ਦਿੱਤੀ ਜਾਂ ਤਫਰੀਦ ਕਰ ਦਿੱਤੀ, ਇਹ ਉਹਨੇ ਤੱਕ ਨਹੀਂ ਰਹੇ ਜਿੱਥੋਂ ਤੱਕ ਇਹਨਾਂ ਨੂੰ ਰਹਿਣਾ ਚਾਹੀਦਾ ਸੀ। ਅੱਲਾਹ ਦੇ ਪੈਗੰਬਰ ਰਸੂਲ ਨੂੰ ਲਾ ਕੇ ਅੱਜ ਤੱਕ ਕਿਸੇ ਨੇ ਸਰ ਜੀ ਤਰਜਮਾ ਵੀ ਕਮਾ ਹੱਕੋ ਹੂ ਉਹਦਾ ਹੱਕਦਾਰ ਨਹੀਂ ਕਰ ਸਕਦਾ, ਕਿਉਂਕਿ ਤਰਜਮਾ ਜਿਹੜਾ ਉਹ ਤਰਜਮਾ ਹੀ ਰਹਿੰਦਾ। ਇਸੇ ਵਜ੍ਹਾ ਤੋਂ ਕੁਰਾਨ ਨੂੰ ਉਹਨਾਂ ਨੇ ਕਿਹਾ ਤੁਸੀਂ ਅਰਬੀ 'ਚ ਪੜ੍ਹੋ, ਆਪਣੀ ਸਾਰੀ ਸਲਾਤ ਵੀ ਅਰਬੀ 'ਚ, ਸਾਰੀ ਨਮਾਜ਼ ਵੀ ਅਰਬੀ 'ਚ, ਔਰ ਮਕਬੂਲ ਵੀ ਅਰਬੀ ਹੈ, ਜਨਤੀਆਂ ਦੀ ਜ਼ਬਾਨ ਵੀ ਅਰਬੀ ਹੈ। ਨਹੀਂ ਤਾਂ ਸਾਡਾ ਵੀ ਤਰਜਮਾ ਕੋ ਅੱਲਾ ਚਲਾ ਛੱਡ ਦੇ, ਤਰਜਮਾ ਜੇ ਬਿਲਕੁਲ ਕਮਾ ਹੱਕਹੂ ਉਹਦਾ ਹੱਕ ਅਦਾ ਕਰਦਾ ਤੇ ਫਿਰ ਉਹ ਹੁੰਦਾ। ਲੇਕਿਨ ਮਕਸਦ ਮੇਰਾ ਇਹ ਹੈ ਕਿ ਮਕਸਦ ਹੀ ਖਤਮ ਹੋ ਜਾਂਦਾ ਸਰ ਜੀ ਨਹੀਂ ਤਾਂ ਸਮਝੋ ਤੁਸੀਂ, ਮੈਂ ਉਹਨੇ ਕਿਹਾ ਅਰਬੀ ਦੀ ਜ਼ਬਾਨ ਜਿਹੜੀ ਆ, ਅਰਬੀ ਜ਼ਬਾਨ ਤੇ ਇੰਨਾ ਅਬੂਰ ਹਾਸਲ ਕਰੋ ਕਿ ਉਹ ਜਿਸ ਤਰ੍ਹਾਂ ਅੱਲਾਹ ਪਾਕ ਨੇ ਫਰਮਾਇਆ ਤੁਹਾਨੂੰ ਬਿਲਕੁਲ ਸਮਝ ਆ ਜੇ। ਔਰ ਉਹਨਾਂ ਨੂੰ ਸਮਝ ਆਉਂਦੀ ਸੀ ਤੇ ਉਹਨਾਂ ਦੀ ਅੱਖਾਂ 'ਚੋਂ ਅਥਰੂ ਜਾਰੀ ਹੁੰਦੇ ਸਨ। ਸਾਡੇ ਤੁਹਾਡੇ ਨਹੀਂ ਸਮਝ ਲੱਗਦੀ। ਕਾਰੀ ਸਾਹਿਬ ਐਡੀ ਸੋਹਣੀ ਆਇਤ, ਐਸੀ ਉਹ ਖੌਫ ਵਾਲੀ ਜਿਹਦੇ ਤੇ ਸਾਨੂੰ ਰੋਣਾ ਚਾਹੀਦਾ, ਐਸੀ ਖੁਸ਼ਖਬਰੀ ਵਾਲੀ ਜਿਹਦੇ ਤੇ ਸਾਨੂੰ ਹੱਸਣਾ ਚਾਹੀਦਾ। ਕਾਰੀ ਸਾਹਿਬ ਪੜ੍ਹਨ ਦੇ ਹੁੰਦੇ ਤੇ ਪਿੱਛੇ ਅਸੀਂ ਆਪਣੇ ਮੋਬਾਈਲਾਂ ਦੇ ਖਿਆਲਾਂ 'ਚ, ਕਾਰੋਬਾਰੀ ਮਾਮਲਾਤ ਸਾਰਿਆਂ 'ਚ ਉਲਝੇ ਹੁੰਦੇ। ਕਿਉਂ ਉਲਝੇ ਹੁੰਦੇ? ਕਿਉਂਕਿ ਅਸੀਂ ਉਸ ਜ਼ਬਾਨ ਨੂੰ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਜਿਹੜੀ ਅੱਲਾਹ ਪਾਕ ਨੇ ਸਾਨੂੰ ਆਖਿਆ ਕਿ ਹਾਂ ਮੈਂ ਤੁਹਾਡੇ ਨਾਲ ਕਲਾਮ ਕਰਨ ਡਿਆ। ਆਹ ਮਸਲਾ ਜੀ ਚਾਚਾ, ਠੀਕ ਹੈ ਨਾ। ਚਲੋ ਚਲਿਏ ਲੋ ਕਾਰੀ ਸਾਹਿਬ, ਬਹੁਤ ਸ਼ੁਕਰੀਆ, ਤੁਸੀਂ ਬੜਾ ਹੀ ਅੱਛਾ ਮੇਰੇ ਨਾਲ ਮਾਮਲਾਤ ਕੀਤੇ, ਅੱਲਾਹ ਤੁਹਾਨੂੰ ਜਜ਼ਾ ਦੇ। ਔਰ ਇਹ ਨਾ ਤੁਸੀਂ ਨਾ ਇਹਦੇ ਨਾ ਜਦ ਮੈਂ ਮੌਕਾ ਬਿਆਨ ਕੀਤਾ ਹੈਗਾ ਨਾ ਸਰ ਇਹ 100% ਤੁਸੀਂ ਇਹਨੇ ਤਹਿਕੀਕ ਨਾਲ ਇਹੋ ਹੀ ਹੋਏਗਾ। ਸਰ ਜੀ ਮੈਨੂੰ ਇਹ ਪਤਾ ਕਿ ਮੈਨੂੰ ਅੱਲਾਹ ਪਾਕ ਨੇ ਇੰਨੀ ਕੁ ਅਕਲ ਦਿੱਤੀ ਹੈ, ਸ਼ਊਰ ਦਿੱਤਾ ਹੈ ਕਿ ਮੈਂ ਲੋਕਾਂ ਦੀਆਂ ਗੱਲਾਂ ਸੁਣ ਕੇ ਉਹਨਾਂ ਦੇ ਵਿੱਚ ਮੈਂ ਉਹਨਾਂ ਦਾ ਤਜਜ਼ੀਆ ਕਰ ਸਕਣਾ। ਔਰ ਮੈਂ ਇਹ ਚਾਹੁੰਦਾ ਕਿ ਸਾਨੂੰ ਸਾਰਿਆਂ ਨੂੰ ਤਜਜ਼ੀਆ ਕਰਨਾ ਚਾਹੀਦਾ। ਸਿਰਫ ਇਹ ਨਹੀਂ ਕਿ ਮੌਲਾਨਾ ਸਾਹਿਬ ਨੇ ਕਹਿ ਦਿੱਤਾ ਤੇ ਮੈਂ ਮੰਨ ਲਵਾਂ, ਇਹ ਅੱਖਾਂ ਬੰਦ ਕਰ ਨਹੀਂ ਸਹੀ। ਠੀਕ ਹੈ, ਜੇ ਇਹਨਾਂ ਨੇ ਕਹਿਤਾ ਤੇ ਹਦੀਸ ਹੋ ਗਈ ਹੈ, ਨਹੀਂ ਇਹਨਾਂ ਨੇ ਹਦੀਸ ਤੇ ਕੁਰਾਨ ਸਾਰਾ ਇਹਨਾਂ ਨੇ ਦੱਸਣਾ। ਸਾਡਾ ਜ਼ਿੰਮੇਵਾਰੀ ਹੈ ਕਿ ਅਸੀਂ ਅਲੱਗ-ਅਲੱਗ ਹਰ ਬੰਦਾ ਉਸ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਸਟੱਡੀ ਕਰਨ, ਦੁਨੀਆ ਵਾਸਤੇ ਸਟੱਡੀ ਕਰਨ ਨਾਲ ਕਰਨੀ ਚਾਹੀਦੀ। ਤੇ ਇਹ ਡਿਸਕਸ਼ਨ ਜਿਹੜੀ ਹੁੰਦੀ ਹੈ ਨਾ ਕਾਰੀ ਸਾਹਿਬ, ਡਿਸਕਸ਼ਨ ਦਾ ਫਾਇਦਾ ਇਹ ਹੁੰਦਾ ਕਿ ਚੀਜ਼ਾਂ ਕਲੀਅਰ ਹੋ ਜਾਂਦੀਆਂ, ਕਲੀਅਰ ਹੋ, ਸ਼ੱਕੋ ਸ਼ੁਬਾ ਖਤਮ ਹੋ ਜਾਂਦਾ। ਉਹ ਮੈਂ ਜਨਾਬ ਕੋਲ ਜਿਹੜੀ ਹਾਜ਼ਰੀ ਦਿੱਤੀ ਨਾ, ਮੈਂ ਇਸੇ ਲਈ ਦਿੱਤੀ ਸੀ। ਤੇ ਤੁਸੀਂ ਤੁਹਾਡਾ ਮਕਸਦ ਉੱਥੇ ਹੀ ਰਿਹਾ, ਸਾਰਾ ਉੱਥੇ ਹੀ ਰਿਹਾ। ਤੁਸੀਂ ਫੈਸਲਾ ਕੋਈ ਨਹੀਂ, ਫੈਸਲਾ ਇਹ ਹੋ ਗਿਆ ਵਾ ਕਿ ਤੁਹਾਨੂੰ ਨਾ ਤੇ ਤਰਜਮਾ ਕਰਦਿਆਂ ਚੀਜ਼ ਵਧਾਉਣੀ ਚਾਹੀਦੀ ਹੈ ਤੇ ਨਾ ਘਟਾਉਣੀ ਚਾਹੀਦੀ। ਜਿੰਨੀ ਕਹੀ ਗਈ ਹੈ ਤੁਸੀਂ ਉਹਨੂੰ ਉਨੀ, ਤੁਸੀਂ ਵੱਲਾਹੁ ਆਲਮ ਬਿਸਵਾਬ ਇੱਥੇ ਕਿਉਂ ਨਹੀਂ ਕਹਿੰਦੇ? ਤੁਸੀਂ ਕਿਉਂ ਆਪਣੀ ਮਰਜ਼ੀ ਦੀਆਂ ਤਵੀਲਾਂ ਕਰਦੇ? ਕੋਈ ਹੋਰ ਕਿਉਂ ਕਰਦਾ? ਨਹੀਂ, ਕਿਸੇ ਦਾ ਹੱਕ ਹੀ ਨਹੀਂ ਹੈ ਯਾਰ। ਅੱਲਾਹ ਦਾ ਕਲਾਮ ਹੈ, ਅੱਲਾਹ ਦੇ ਕਲਾਮ 'ਚ ਨਾ ਕਮੀ ਹੋ ਸਕਦੀ ਨਾ ਬੇਸ਼ੀ। ਸਰ ਜੀ ਮੈਨੂੰ ਸਿੱਧਾ ਜਿਹਾ ਪਤਾ, ਮੈਨੂੰ ਇਹ ਪਤਾ ਕਿ ਅੱਲਾਹ ਦੇ ਕਲਾਮ 'ਚ ਇਨਸਾਨ 'ਚ ਤਾਕਤ ਹੀ ਨਹੀਂ। ਅੱਲਾਹ ਨੇ ਚੈਲੰਜ ਦੇ ਦਿੱਤਾ ਹੈ ਔਰ ਇਹ ਚੈਲੰਜ 1400 ਸਾਲ ਤੋਂ ਚੱਲਿਆ ਆ ਰਿਹਾ। ਉਹਨਾਂ ਆਖਿਆ ਕੋਈ ਇੱਕ ਆਇਤ ਇੰਜ ਦੀ ਤਖਲੀਕ ਕਰ ਦਿਓ, ਮੈਂ ਤੁਹਾਨੂੰ ਪੂਰੀ ਸੂਰਤ ਤੇ ਦੂਰ ਦੀ ਗੱਲ ਆ, ਪੂਰਾ ਕੁਰਾਨ ਤੇ ਦੂਰ ਦੀ ਗੱਲ ਆ, ਇੱਕ ਆਇਤ ਦੀ ਤੀਜੇ ਉਸੇ ਦੇ ਜਿੱਥੇ ਆ ਸ਼ੁਰੂ ਹੋਏ ਉੱਥੇ ਤੋਂ ਉੱਥੇ ਹੀ ਆ, ਕੋਈ ਫਰਕ ਨਹੀਂ ਪਿਆ। ਕਾਰੀ ਸਾਹਿਬ ਫਰਕ ਪਿਆ। ਫਰਕ ਇਹ ਹੈ ਕਿ ਨੂਰ ਨੂੰ ਨੂਰ ਰਹਿਣ ਦਿਓ, ਨੂਰ ਨੂੰ ਨੂਰ ਰਹਿਣ ਦਿਓ। ਨੂਰ ਭਾਵੇਂ ਤੁਸੀਂ ਕਿਸਮ ਕਿਉਂ ਜਾਣਨਾ ਚਾਹ ਰਹੇ, ਕਿਸਮ ਕਿਉਂ ਜਾਣਨਾ ਚਾਹ ਰਹੇ, ਕਿਸਮ ਉਹਦੀ ਕਿਉਂ ਜਾਣਨਾ ਚਾਹ ਰਹੇ? ਨਹੀਂ, ਅੱਲਾਹ ਪਾਕ ਤਖਲੀਕਾਰ ਆ, ਅੱਲਾਹ ਪਾਕ ਤਖਲੀਕਾਰ ਆ। ਜੇ ਉਹਨਾਂ ਨੂੰ ਨੂਰ ਕਹਿਣ ਡਿਆ ਤੇ ਉਹਨੂੰ ਪਤਾ ਉਹ ਕਿਹੜਾ ਨੂਰ ਹੈ। ਲੇਕਿਨ ਉਹਨੇ ਨੂਰ ਕਹਿਤਾ, ਨਬੀ ਸਹੀ ਮੁਸਲਮ ਦੀ ਹਦੀਸ ਨੂਰ ਉਹਨੇ ਕਹਿਤਾ, ਫਰਿਸ਼ਤੇ ਨੂਰ ਤੋਂ ਜਿੰਨਾ ਆਗ ਦਿਓ। ਯਾਰ ਨੂਰ ਤੋਂ ਤਰਜਮਾ ਤੁਸੀਂ ਇਹੀ ਲੈਂਦੇ ਹੋ ਕਿ ਜਿਵੇਂ ਬਾਕੀ ਆਇਤਾਂ 'ਚ ਅੱਲਾਹ ਨੇ ਆਖਿਆ ਨੇ ਬਸ਼ੀਰ ਨੇ, ਨਜ਼ੀਰ ਨੇ, ਇਹ ਤੁਹਾਨੂੰ ਪਾਕ ਕਰਦੇ ਨੇ, ਇਹ ਆਇਤਾਂ ਦੀ ਤਲੀਮ ਦਿੰਦੇ ਨੇ, ਸਾਰਾ ਕੁਝ ਤੇ ਜ਼ਾਤੇ ਮੁਬਾਰਕਾ ਹੀ ਉਹਦੀ ਹੁੰਦੀ ਹੈ। ਠੀਕ ਹੈ, ਜ਼ਾਤੇ ਮੁਬਾਰਕਾ ਹੀ ਉਹਦੀ ਹੁੰਦੀ ਹੈ। ਇਸ ਕਰਕੇ ਇਹ ਜਿਹੜੀ ਗੱਲ ਹੈ ਨਾ, ਇਹਨੂੰ ਉੱਥੇ ਕਰ ਸਿਰਾਜ ਮੁਨੀਰਾ। ਹਾਂ, ਸਾਰੇ ਸਿਫਤਾਂ ਨੇ ਨਾ ਸਾਡੀ ਕਿੰਨੀਆਂ ਸਿਫਤਾਂ ਅੱਲਾਹ ਪਾਕ ਨੇ, ਸਾਰੀ ਨਾਤ ਅੱਲਾਹ ਨੇ ਪੜ੍ਹ ਛੜੀ ਆ ਅਰਬੀ ਦੇ ਵਿੱਚ, ਅਸੀਂ ਉਰਦੂ 'ਚ ਪੜ੍ਹਨੇ। ਅੱਲਾਹ ਨੇ ਸਾਰੀ ਨਾਤ ਸਿਫਤਾਂ ਹੀ ਕੀਤੀਆਂ ਨੇ। ਫਰਕ ਸਿਰਫ ਇਹ ਫਰਕ ਸਾਨੂੰ ਕਰਨਾ ਪੈਣਾ ਹੈਗਾ। ਸਿਰਫ ਤੁਸੀਂ ਨਾ ਸਟੱਡੀ ਕਰਿਆ ਜੇ ਮਜ਼ੀਦ ਕਿ ਨੂਰ ਹੈ ਨਾ, ਨੂਰ ਹਦਾਇਤ ਨੇ, ਸਰ ਚਸ਼ਮਾ ਹਦਾਇਤ ਮਰਕਜ਼ ਨੇ ਆਪ ਤਕਵੇ ਦਾ ਪਰਹੇਜ਼ ਹਰ ਜੋ ਮੈਂ ਬਾਕੀ ਸਾਰੀਆਂ ਚੀਜ਼ਾਂ ਲੈਂਦਾ ਨਹੀਂ, ਮੈਂ ਤੇ ਉਹ ਹੀ ਲੈਣਾ ਗਾ ਜਿਹੜਾ ਕੁਰਾਨ ਤੋਂ ਹਟ ਕੇ ਤੁਸੀਂ ਆਂਦੇ ਹੋ ਨਹੀਂ ਲੈਣਾ, ਹਦੀਸ ਤੋਂ ਹਟ ਕੇ ਤੁਸੀਂ ਆਂਦੇ ਹੋ ਨਹੀਂ ਲੈਣਾ। ਠੀਕ ਹੈ, ਗੱਲ ਤਾਂ ਸੁਣੋ ਨਾ, ਗੱਲ ਪੂਰੀ ਸੁਣੋ ਨਾ। ਲੇਕਿਨ ਜਿਹੜੇ ਮੈਂ ਲਫ਼ਜ਼ ਜਿਸ ਵੇਲੇ ਤੁਹਾਨੂੰ ਲਿਆ ਰਿਹਾ ਤੁਸੀਂ ਉਧਰ ਆ ਨਹੀਂ ਰਹੇ, ਤੁਸੀਂ ਉਹਨਾਂ ਦਾ ਜ਼ਿਆਦਾ ਪੜ੍ਹਿਆ ਨਹੀਂ ਉਹਦੇ ਮੁਤਾਬਕ। ਨਹੀਂ, ਮੈਂ ਆ ਰਿਹਾ ਵਾਂ,
ਮੈਂ ਆ ਗਿਆ ਜਿਹੜਾ ਤੁਹਾਡੇ ਕਹਿਣ ਨਾ ਤੇ। ਨੂਰ ਨੂਰੁੱਲਾ ਇਹ ਇੱਕ ਅਕੀਦਾ ਬੇਸਿਕਲ ਇੱਕ ਨਜ਼ਰੀਆ ਹੈ, ਇੱਕ ਬੇਸਿਕਲ ਇੱਕ ਨਜ਼ਰੀਆ ਹੈ। ਤੁਸੀਂ ਉਸ ਚੀਜ਼ ਦੇ ਇਨਕਾਰੀ ਹੋ ਹੈ ਉਹਨਾਂ ਇਨਕਾਰੀ ਹੋ ਨਾ, ਨਹੀਂ ਉਹ ਹੋ ਸਕਦਾ। ਅੱਲਾਹ ਤਾਲਾ ਦਾ ਤਸੱਵੁਰ ਹੀ ਨਹੀਂ ਹੋ ਸਕਦਾ। ਯਾਰ ਮੈਂ ਦੇਖੋ ਇਹ ਜੇ ਕੋਈ ਬੰਦਾ ਉਹਨਾਂ ਨੂੰ ਖਾਲਕ ਨਾਲ ਰਲਾਉਂਦਾ ਤੇ ਉਹਦਾ ਤਾਂ ਅਕੀਦਾ ਹੀ ਗਲਤ ਅਕੀਦਾ ਆ ਉਹ ਇਹੋ ਚੀਜ਼ ਬਸ। ਮੈਂ ਇਹ ਕਹਿਣਾ ਕਿ ਉਹਨਾਂ ਨੂੰ ਖਾਲਕ ਨਾਲ ਰਲਾਉਣਾ ਹੀ ਨਹੀਂ, ਖਾਲਕ ਨਾਲ ਰਲਾਉਣਾ ਹੀ ਨਹੀਂ, ਤਸੱਵੁਰ ਹੀ ਨਹੀਂ ਨਾ, ਫਿਰ ਤਬਾਹ ਹੋ ਗਿਆ ਮਾਮਲਾ ਹੀ ਨਾ। ਖਰਾਬ ਹੋ ਗਿਆ। ਲਾਮ ਯਲਦ ਵਲਾ ਯੂਲਦ ਹੋ ਗਿਆ ਨਾ। ਇੱਕ ਨਜ਼ਰੀਆ ਇੱਕ ਅਕੀਦਾ ਬਕਾਇਦਾ ਹੈਗਾ ਕਿ ਸਰ ਜੀ ਰਲਾ ਕੇ ਮਰਨਾ ਹੈ ਚਲਾ ਕੀ ਖਾਲਕ ਦੀ ਜ਼ਾਤ ਜਿਹੜੀ ਆ ਵਾਹਦ ਉਹ ਉਲਾਜ ਦੀ ਆਪਣੀ ਮਿਸਾਲ ਆਪ ਉਹ ਹੈ ਹਮੇਸ਼ਾ ਲੈ ਸਕ ਮਿਸਲ ਸ਼ੇਨ ਫਿਲਹਾਲ ਅਸੀਂ ਤੇ ਜੀ ਸਰ ਉਹਦੀ ਮਿਸਾਲ ਹੈ ਨਾ ਅਸੀਂ ਤੇ ਹੋਣ ਗੱਲ ਸਹੀ ਅਸੀਂ ਤੇ ਸਰ ਜੀ ਨੂਰੋਂ ਮੈਂ ਨੂਰੁੱਲਾ ਕੋਈ ਨਹੀਂ ਜੇ ਲੇਕਿਨ ਨੂਰ ਨੇ ਅੱਲਾਹ ਦਾ ਪੈਗੰਬਰ ਨੂਰ ਔਰ ਹਦਾਇਤ ਉਹ ਜਾਣਦੇ ਨੇ ਕਿ ਤੁਸੀਂ ਨੂਰ ਹਦਾਇਤ ਕਿਉਂ ਨਹੀਂ ਸਰ ਕਹਿੰਦੇ? ਮੈਂ ਨਹੀਂ ਕਹਿਣਾ ਵਜ੍ਹਾ ਇਹ ਕਿ ਅੱਲਾ ਨੇ ਨਹੀਂ ਕਿਹਾ ਮੈਂ ਤੁਸੀਂ ਕੌਣ ਵਾਲੇ ਕਹਿਣ ਵਾਲੇ ਕੌਣ ਆ ਆਫਤਾਬ ਉਹਨੂੰ ਇਲਮ ਨੂਰ ਨੇ ਕਿਹਾ, ਸਰ ਸਾਜਿਦ ਜੀ ਮੁਨੀਰ ਸਰ ਨੇ ਜੀ ਕਿਹਾ। ਉਹ ਜਿੱਥੇ ਕਿਹਾ ਉੱਥੇ ਮੈਂ ਉਹੀ ਕਹੂੰਗਾ ਜੋ ਅੱਲਾ ਨੇ ਕਿਹਾ। ਇਹ ਤੁਹਾਡਾ ਕੀਦਾ ਨੂਰ ਮੈਂ ਨੂਰੁੱਲਾ ਨਹੀਂ ਜਾਏ ਨੂਰ ਮੈਂ ਨੂਰੁੱਲਾ ਨਹੀਂ ਮੈਂ ਹੈ। ਨਹੀਂ ਕਹਿੰਦਾ ਨਹੀਂ ਵਜ੍ਹਾ ਇਹ ਹੈ ਹੈ ਹੀ ਕਿ ਅੱਲਾ ਨੇ ਨਹੀਂ ਆਖਿਆ, ਅੱਲਾ ਨੇ ਨਹੀਂ ਆਖਿਆ। ਔਰ ਉਹਦੇ ਸਾਥ ਤੁਹਾਡੀ ਇਫਤਾਰੀ ਦਾ ਟਾਈਮ ਅੱਜ ਦੀ ਇਫਤਾਰੀ ਦੇ ਨਹੀਂ ਬਹੁਤ ਦੱਸ ਕਿਲੋ ਤੁਸੀਂ ਉਹ ਜਿਹੜੀ ਗੱਲ ਹੋਈ ਹੈ ਨਾ ਉਹਦੇ ਲਈ ਤੁਸੀਂ ਉਹ ਅਸਤਗਫਾਰ ਵਾਲਾ ਅਸਤਗਫੁਰullah ਮਾਮਲਾ ਰੱਬੀ ਤੁਹਾਡੇ ਮਿਨ ਜ਼ੰਬ ਸ਼ੱਕੋ ਸ਼ੁਬਹਾ ਥੋੜਾ ਜਿਹਾ ਕਰਵਾ ਦਿਆ ਕਰੋ ਅਰੇਂਜਮੈਂਟ ਬਹੁਤ ਵਧੀਆ। ਨਹੀਂ ਉੱਥੇ ਕਾਬਲ ਤੋਂ ਬਿਨਾ ਇਹਦਾ ਤਸੱਵੁਰ ਵੀ ਨਹੀਂ ਨਾ ਹੋ ਸਕਦਾ ਅੰਦਰ ਉਹ ਕਹਿੰਦੇ ਆ ਵੀ ਅਜੀਬ ਹੀ ਤੁਹਾਡੇ ਕੋਲ ਮਾਮਲਾਤ ਹੋਏ। ਇਸ ਤਰ੍ਹਾਂ ਮੈਂ ਅੱਗੇ ਵੀ ਕਿਹਾ ਮੈਂ ਜੀ ਦੁਕਾਨ ਦਾ ਕੋਈ ਚੱਕਰ ਨਹੀਂ ਹੁੰਦਾ, ਸਿਰਫ ਤੁਹਾਡਾ ਇੰਤਜ਼ਾਮ ਹੁੰਦਾ ਵਾ, ਥੋੜੇ ਇੰਤਜ਼ਾਮ ਦੇ ਉੱਤੇ ਕਿੱਥੇ ਆਪਣੀ ਹੈ ਰਹਿਸ਼ ਮੈਂ ਸਰ ਇੱਥੇ ਠੋਕਰ ਤੇ ਹੀ ਰਹਿ ਰਿਹਾ। ਸਾਰੀ ਕੋਈ ਸਾਡੇ ਕੋਲ ਸਰ ਬੜਾ ਚੰਗਾ ਬੰਦਾ ਹੈ। ਮੈਂ ਬਾਲ ਸਾਰੇ ਬੜੇ ਚੰਗੇ। ਮੈਂ ਇੰਗਲਿਸ਼ ਕੀਤਾ ਹੈ, ਮੈਂ ਪੋਲੀਟੀਕਲ ਸਾਇੰਸ ਕੀਤਾ, ਡਿਪਲੋਮਾ ਟੈਫਲ ਹੈ, ਲੇਕਿਨ ਮੈਂ ਇਹ ਦੱਸਣ ਦਾ ਮਕਸਦ ਇਹ ਨਹੀਂ ਕਿ ਮੈਂ ਬੜਾ ਪੜ੍ਹਿਆ ਲਿਖਿਆ, ਸਾਨੂੰ ਕੁਝ ਵੀ ਨਹੀਂ ਆਉਂਦਾ, ਸਿਰਫ ਮੈਂ ਸਿੱਖਣ ਦੀ ਕੋਸ਼ਿਸ਼ ਕਰ ਰਿਹਾ। ਕੁਰਾਨ ਪਾਕ ਸਮਝ ਪੂਰੀ ਜ਼ਿੰਦਗੀ ਬਦਲ ਜਾ ਹੱਦ ਹੱਕ ਦਾ ਹੁੰਦਾ ਹੀ ਨਹੀਂ ਦਾ ਬਸ ਸਿੱਖਣ ਦੀ ਕੋਸ਼ਿਸ਼ ਸਿੱਖਣ, ਉਹ ਜਨਾਬ ਕੋਈ ਹਾਲ ਨਹੀਂ ਲੇਕਿਨ ਕੁਰਾਨ ਪਾਕ ਲੇਕਿਨ ਜੇ ਕੁਰਾਨ ਪਾਕ ਨੂੰ ਜਦੋਂ ਸਮਝਣਾ ਹੈ ਵਾਏ ਹਦੀਸ ਰਸੂਲ ਸਮਝਣਾ ਸਰ ਜੀ ਜਦੋਂ ਕੁਰਾਨ ਪਾਕ ਨੂੰ ਤੁਸੀਂ ਇਹ ਵਾਏ ਹਦੀਸ ਰਸੂਲ ਸਲਮ ਵਯੁਅਲਿਮਹੁਲ ਕਿਤਾਬ ਵਾਲ ਹਿਕਮਤ ਆਪ ਨੇ ਦੱਸਿਆ ਨਾ, ਮੈਂ ਤੁਹਾਨੂੰ ਦੱਸ ਉਸ ਜ਼ਾਵੀਏ ਨਾਲ ਜਦੋਂ ਕੁਰਾਨ ਉਹ ਪਾਕ ਜਿਹੜੀ ਅਸੀਂ ਗੱਲ ਕਰਨ ਦੇ ਸਰ ਉਸ ਜ਼ਾਵੀਏ ਕੁਰਾਨ ਪਾਕ ਸੇ ਬਹਿ ਕੇ ਨਹੀਂ ਸਕਦੇ। ਠੀਕ ਹੈ ਨਾ, ਉਹਦੇ ਤੋਂ ਹਟ ਕੇ ਤੇ ਅਸੀਂ ਕੁਝ ਵੀ ਨਹੀਂ, ਹਾਂ। ਕਿਉਂਕਿ ਦੇਖੋ ਦਰਮਿਆਨ 'ਚ ਅੱਲਾਹ ਤੇ ਰਸੂਲ ਦੇ ਦਰਮਿਆਨ ਅੱਲਾਹ ਦੇ ਰਸੂਲ ਵਾਸਤਾ ਨੇ, ਵਾਸਤਾ ਕਿਉਂ ਨੇ ਕਿ ਵੀ ਅਸਲ 'ਚ ਉਹਨਾਂ ਹੀ ਸਾਨੂੰ ਦੱਸਿਆ ਕਿ ਅੱਲਾਹ ਹੈ ਨਹੀਂ ਤੇ ਸਾਨੂੰ ਕਿਹੜਾ ਪਤਾ ਹਾਂ ਸੀ। ਸਾਨੂੰ ਬਿਲਕੁਲ ਹਾਂਜੀ। ਜਦੋਂ ਆਪ ਉਹਨਾਂ ਦੀ ਵਜ੍ਹਾ ਤੋਂ ਸਾਰੇ ਜਦੋਂ ਮਾਮਲਾਤ ਆਪ ਹਦੀਸ ਦੀ ਰੋਸ਼ਨੀ ਨੂੰ ਜਦੋਂ ਕੁਰਾਨ ਪਾਕ ਨੂੰ ਸਮਝਾਂਗੇ ਨਾ, ਫਿਰ ਸਾਰੇ ਜਿਹੜੇ ਹੈ ਨਾ ਵਹਿਮ ਮੈਨੂੰ ਸ਼ੱਕ ਪਤਾ ਸ਼ੁਬਹਾ ਕੀ ਸਰ, ਮੈਨੂੰ ਇਹ ਜਦੋਂ ਅਸੀਂ ਆਪਣੀ ਅਕਲਾਂ ਨੇ ਪਰਖਾਂਗੇ ਨਾ ਮਹਿਸੂਸ ਪਤਾ ਕੀ ਹੁੰਦਾ, ਮੈਨੂੰ ਮਹਿਸੂਸ ਇਹ ਹੁੰਦਾ ਕਿ ਸਰ ਹਰ ਫਿਰਕਾ ਜਿਹੜਾ ਨਾ ਉਹ ਕੁਛ ਚੀਜ਼ਾਂ ਲੁਕੋ ਲੁਕਾ ਕੇ ਨਾ ਦਰਅਸਲ ਉਹ ਪਬਲਿਕ ਦੇ ਇਲਮ 'ਚ ਆਉਣ ਹੀ ਨਹੀਂ ਦਿੰਦਾ ਕਿ ਵੀ ਇਹ ਆਪ ਨਾ ਜਾਂਚ ਲਾਂ ਸਮਝ ਲੈਣਾ ਅਸਾਂ ਮੌਲਵੀਆਂ ਦੀ ਅਹਿਮੀਅਤ ਖਤਮ ਹੋ ਜਾਏ। हमाकत भी ऐसा जानता है बल्ले को नहीं बोलो या हर चीज़ ਇਹ ਜਿਹੜੀ ਕੋਸ਼ਿਸ਼ ਹੈ अगर वैसा खयानत कर रहे तो आप ध्यान ਤੇ ਉਹਨੇ ਆਖਿਆ ਨਹੀਂ ਥੋੜੇ ਦਾਮੋਂ ਵੇਚ ਦਿੰਦੇ ਆ, ਮਤਲਬ ਕਿ ਮੋਡੀਫਾਈ ਕਰ ਦਿੰਦੇ ਚੀਜ਼ਾਂ। ਜਦੋਂ ਮੈਂ ਪੁੱਛਿਆ ਅਮੀਰ ਨੇ ਤੇ ਉਹਦੇ ਲਈ ਕੋਈ ਨਾ ਕੋਈ ਰਾਹ ਕੱਢ ਲਈ, ਯਾਰ ਤੂੰ ਇੰਜ ਕਰਕੇ ਕਰ ਲੈ ਖੈਰ ਹੀ ਠੀਕ ਹੈ। ਜਦੋਂ ਮਾੜੇ ਕਿਸੇ ਨੇ ਪੁੱਛਿਆ ਤਾਂ ਉਹਦਾ ਹਲਾਕਤ ਹੈ ਨਾ ਉਹਨਾਂ ਵਾਸਤੇ ਆਪਣੇ ਆਪ ਜਹਾਲਤ ਬਾਕੀ ਨਾ ਦੇਖੋ ਕੁਰਾਨ ਪਾਕ ਨੇ ਨਾ ਬੰਦਾ ਸਮਝਣਾ ਮੁਸਲਮਾਨ ਜਵਾਬ ਕੋ ਹੈ ਹਰਕਤ ਕਰੇ ਤਾਂ ਹਦੀਸ ਉਹਨੂੰ ਧੌਣ ਲਾ ਦਿਓ, ਜੇ ਕੋਈ ਮੌਲਾਨਾ ਕਰੇ ਤਾਂ ਕੋਈ ਨਹੀਂ ਕਹਿ ਰਹੀ। ਨਹੀਂ, ਨਹੀਂ, ਮੈਂ ਇਹਨਾਂ ਨੂੰ ਪਹਿਲੇ ਵੀ ਦੱਸਿਆ, ਮੈਂ ਕਿਹਾ ਦੱਸਿਆ ਨਹੀਂ ਜਿਹੜਾ ਮੌਲਾਨਾ ਪਿੱਛੇ ਜੇ ਮਰਿਆ ਜੇ ਨਾ, ਸਾਡੇ ਕੋਲ DNA ਆਇਆ ਜੇ ਉਹਦਾ ਤੇ ਉਹਦੇ ਮਾਮਲਾਤ ਆਏ ਆ, ਅਸੀਂ ਹੈਰਾਨ ਪਰੇਸ਼ਾਨ ਰਹਿ ਗਏ। ਤੁਹਾਡੀ ਸੋਚ ਆ ਉੱਥੇ ਐਸੀ ਐਸੀ ਕੁੜੀ ਜਿਹੜਾ ਇਸਲਾਮਾਬਾਦ ਦੇ ਸੈਨੇਟਰ ਸੀਗਾ, ਉਹ ਜਿਹੜਾ ਸੈਨੇਟਰ ਮਰਿਆ ਸਾਹਮਣੇ ਨਾ, ਮੇਰੇ ਦਿਨ ਤੋਂ ਨਾਂ ਨਿਕਲ ਗਿਆ, ਮੌਲਾਨਾ ਜਮੀਅਤ ਉਲਮਾ ਇਸਲਾਮ ਦਾ ਸੀਗਾ, ਸਮੀਉਲ ਹਕ। ਸਮੀਉਲ ਹਕ। ਜੀ ਐਸੀ ਉਹਦੀ ਰਿਪੋਰਟ ਆਈ ਹੈ, ਤੁਹਾਡੀ ਅਕਲ ਦੰਗ ਰਹਿ ਗਈ। ਮੈਂ ਹੁਣ ਨਹੀਂ ਖੋਲਣਾ ਚਾਹੁੰਦਾ, ਅੱਲਾ ਨੇ ਆਖਿਆ ਸਤਾਰਾ ਅਯੂਬ ਦੇ ਵਫਾਰਤ ਜਨੂਬ ਲੁਕੀ ਗੱਲ ਹੀ ਠੀਕ ਹੈ। इब्तदा में दो चार बयान मीडिया के सुने सुनाए सन मतलब अखबार में उसके बाद खामोशी हो ਠੱਪੀ ਇਸ ਨੂੰ ਕਿ ਉੱਥੇ ਬੱਚੀਆਂ ਆਈਆਂ ਤੇ ਐਸੀ ਐਸੀ ਗੱਲ ਕਰਦੀਆਂ ਨੇ वो फौरन उस केस में दबा दिया गया ਉਹਨਾਂ ਦਬਾ ਲਿਆ ਮਾਸ਼ਰੇ ਦੇ ਵਿੱਚ ਖਰਾਬੀਆਂ ਪੈਦਾ ਹੋਣੀਆਂ ਸੀ ਨਾ, ਇੱਕ ਆਲਮ ਸੀਗਾ। ਇੱਥੇ ਉਹ ਜਿਹੜੀ ਗੱਲ ਔਰ ਸੈਨੇਟਰ ਸਦੀ ਦੇ ਜਿਹੜੇ ਹੋਣਗੇ ਉਹ ਪਤਾ ਨਹੀਂ ਕਿਹਨਾਂ ਨਾਲ ਉੱਠਣਗੇ, ਉਹਦੇ 'ਚ ਸੱਚਾਈ ਹੈ। ਲੋਕਾਂ ਨੂੰ ਇੰਨਾ ਕਹਿ ਕਿ ਜੀ ਤੈਨੂੰ ਵੀ ਪਤਾ ਤੂੰ ਗੁੰਮਰਾਹ ਹੋ ਜਾਏਗਾ। ਬਈ ਗੁੰਮਰਾਹ ਕਿਸ ਤਰ੍ਹਾਂ ਹੋ ਜਾਏਗਾ, ਸਮਝੇਗਾ ਤੇ ਉਹਨੂੰ ਸਮਝ ਆਏਗੀ, ਜਦੋਂ ਨਾ ਸਮਝੇਗਾ ਤੇ ਫਿਰ ਗੁੰਮਰਾਹ ਵਾ। ਤੇ ਇਹ ਅਲਮੀਆ ਵਾ ਕਿ ਹਰ ਬੰਦਾ ਇਸ ਦੀ ਟਰਾਈ ਨਹੀਂ ਕਰਦਾ, ਤੇ ਉਹ ਸਾਡੀ ਕੋਸ਼ਿਸ਼ ਸਿੱਖਣ ਦੀ ਹੈ। ਮੈਂ ਇਸ ਲਈ ਜਨਾਬ ਦੀ ਖਿਦਮਤ 'ਚ ਆ ਗਿਆ। ਥੈਂਕ ਯੂ।
ਸ਼ੁਰੂ 'ਚ ਕੰਮ ਚੱਲਿਆ ਸੀ ਨਾ ਉਦੋਂ ਮੈਂਬਰ ਜਿਹੜਾ ਨਾ ਇਹਨਾਂ ਨੇ ਉਹ ਪਿੱਛੇ ਤੱਕ ਲਾਇਆ ਵਾ ਇਦਾਂ ਹੀ ਕਰਦੇ ਹੁੰਦੇ ਨੇ ਪਰ ਸਾਰੀ ਮਿਸਟੇਕ ਹੋ ਗਈ ਹੋਈ ਹੈ ਮਿਸਟੇਕ ਜ਼ਿਆਦਾ ਨੋਟ ਕੀਤਾ ਹੋਈ ਮੇਰੇ ਵੀ ਦਿਨ ਚਾਹੀਦੇ ਆ ਕਿਉਂਕਿ ਅਸੀਂ ਚੀਜ਼ਾਂ ਨੂੰ ਦੇਖੇ ਅਗਰ ਕਿੱਦਾਂ